ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਰੰਟ ਅਫੇਅਰਸ ਨੂੰ ਕੰਟੀਨਿਊ ਕਰਦੇ ਹੋਏ ਆਪਾਂ ਅੱਜ 2 ਸੈਪਟੰਬਰ ਦੇ ਜਿਹੜੇ ਕਰੰਟ ਅਫੇਅਰਸ ਨੇ ਕਰਨੇ ਨੇ। ਦਿਸ ਵੀਡੀਓ ਇਜ਼ ਪ੍ਰੈਜ਼ੈਂਟਡ ਬਾਈ ਮੀ ਰਮਨਦੀਪ ਕੌਰ। ਮੇਕ ਸ਼ੋਰ ਕਿ ਤੁਸੀਂ ਜਿਹੜੀਆਂ ਪਹਿਲਾਂ ਦੀਆਂ ਅਗਸਤ ਦੀਆਂ ਵੀਡੀਓਜ਼ ਨੇ ਉਹ ਸਾਰੀਆਂ ਦੇਖ ਲਈਆਂ ਹੋਣ। ਇਸ ਤੋਂ ਪਹਿਲਾਂ ਅਗਸਤ ਮੰਥ ਦੇ ਸਾਰੇ ਕਰੰਟ ਅਫੇਅਰਸ ਨੇ ਜਿਹੜੇ ਅਪਲੋਡ ਹੋ ਚੁੱਕੇ ਨੇ, ਉਹ ਜ਼ਰੂਰ ਉਹਨਾਂ ਨੂੰ ਦੇਖ ਲਿਓ ਤੁਸੀਂ ਇੱਕ ਵਾਰ, ਅਤੇ 1 ਸਤੰਬਰ ਦੇ ਵੀ ਹੋ ਚੁੱਕੇ ਆ। ਠੀਕ ਹੈ, ਤਾਂ ਪਲੇਲਿਸਟ ਚੈੱਕ ਕਰ ਲਿਓ, ਉਹਨੂੰ ਵਿਜ਼ਿਟ ਜ਼ਰੂਰ ਕਰ ਲਿਓ। ਠੀਕ ਹੈ ਜੀ। ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਕਰੰਟ ਅਫੇਅਰਸ ਕਿਸ ਵੇ ਨਾਲ ਕਰਦੇ ਹੁੰਦੇ ਹਾਂ। ਆਪਾਂ ਇਹਦੇ ਵਿੱਚ ਨਵੀਆਂ ਨਿਊਜ਼ ਕਰਾਂਗੇ, ਪਲੱਸ ਰਿਵੀਜ਼ਨ ਕਰਾਂਗੇ ਉਹਨਾਂ ਸਟੇਟਸ ਜਾਂ ਔਰਗਨਾਈਜੇਸ਼ਨਸ ਨਾਲ ਰਿਲੇਟਡ ਜਿਨ੍ਹਾਂ ਬਾਰੇ ਅੱਜ ਆਪਾਂ ਨਿਊਜ਼ ਕਰਨੀ ਹੈ। ਉਹਨਾਂ ਦੇ ਰਿਲੇਟਡ ਜੇ ਪ੍ਰੀਵੀਅਸ ਡੇਜ਼ ਦੇ ਵਿੱਚ ਕੋਈ ਨਿਊਜ਼ ਆਈ ਹੋਈ ਤਾਂ ਆਪਾਂ ਉਹਨੂੰ ਵੀ ਰਿਵਾਈਜ਼ ਜ਼ਰੂਰ ਕਰਾਂਗੇ। ਠੀਕ ਹੈ। ਦੈਨ ਸਟੈਟਿਕ ਪਾਰਟ, ਕੋਈ ਸਟੇਟ ਹੈ ਉਹਦੇ CM ਗਵਰਨਰ ਬਾਰੇ ਜਾਣਨਾ ਹੈ ਨਾ, ਕੋਈ ਕੰਟਰੀ ਉਹਦੀ ਕੈਪੀਟਲ ਕਰੰਸੀ ਹੋ ਗਈ, ਅਤੇ ਜੇ ਕੋਈ ਆਰਗੇਨਾਈਜੇਸ਼ਨ ਹੈ ਉਹ ਕਦੋਂ ਸੈਟਅਪ ਹੋਈ, ਕੌਣ ਉਹਦੇ ਹੈੱਡ ਨੇ ਵਗੈਰਾ ਵਗੈਰਾ, ਉਹਦਾ ਹੈੱਡਕੁਆਟਰ ਕਿੱਥੇ ਹੈ। ਇਹ ਸਾਰਾ ਕੁਝ ਇਸੇ ਤਰੀਕੇ ਨਾਲ ਆਪਾਂ ਕਰਨਾ ਹੈ। ਦੇਖੋ, ਜਦੋਂ ਮੰਨ ਲਓ ਤੁਸੀਂ ਅਜੇ ਇੱਕ ਚੀਜ਼ ਬਾਰੇ ਪੜ੍ਹ ਲਿਆ ਹੈ ਨਾ, ਉਹਨੂੰ ਮੰਥ ਦੇ ਐਂਡ ਤੱਕ ਤੁਸੀਂ ਕਿੰਨੇ ਵਾਰ ਰਿਵਾਈਜ਼ ਕਰਤਾ ਤਾਂ ਉਹ ਚੀਜ਼ ਹੈ ਜਿਹੜੀ ਤੁਹਾਡੀ ਪੱਕੀ ਹੋ ਚੁੱਕੀ ਹੈ ਨਾ। ਕਰੰਟ ਅਫੇਅਰਸ ਇਹੋ ਜਿਹਾ ਟੌਪਿਕ ਹੈ ਜਿੰਨਾ ਟਾਈਮ ਤੱਕ ਆਪਾਂ ਕਰੀ ਜਾਂਦੇ ਹਾਂ, ਅੱਜ ਦੀ ਨਿਊਜ਼ ਕਰ ਲਈਆਂ ਜੇ ਯਾਦ ਰਹਿ ਜਾਣਗੀਆਂ, ਬਟ ਜਦੋਂ 1 ਵੀਕ ਬਾਅਦ ਤੱਕ ਪਹੁੰਚਦੇ ਹਾਂ ਤਾਂ ਆਪਾਂ ਪਿਛਲੇ ਵੀਕ ਦੀਆਂ ਨਿਊਜ਼ ਭੁੱਲਣ ਲੱਗ ਜਾਂਦੇ ਹਾਂ। ਬਟ ਆਪਾਂ ਇਹਦੇ ਵਿੱਚ ਇਸ ਤਰੀਕੇ ਨਾਲ ਪੜ੍ਹਨਾ ਕਿ ਇੰਨੀ ਰੈਪੀਟੀਸ਼ਨ ਕਰਾਂਗੇ ਆਪਾਂ ਕਰੰਟ ਅਫੇਅਰਸ ਦੀ ਕਿ ਜਿਹਦੇ ਨਾਲ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਯਾਦ ਰਹਿਣਗੇ। ਇਹ ਚੀਜ਼ ਦੀ ਮੇਰੀ ਗਰੰਟੀ ਹੈ ਨਾ। ਤਾਂ ਪਲੀਜ਼ ਤੁਸੀਂ ਕੀ ਕਰਨਾ, ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ। ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ, ਕਿਉਂਕਿ ਇਹਦੇ 'ਤੇ ਸਾਡੇ ਵੀ ਐਫਰਟਸ ਲੱਗਦੇ ਆ ਹੈ ਨਾ। ਤੁਹਾਨੂੰ ਦੇਖਣਾ ਪਸੰਦ ਹੈ ਤਾਂ ਪਲੀਜ਼ ਉਹਨੂੰ ਸ਼ੇਅਰ ਕਰ ਦਿਆ ਕਰੋ। ਜੇ ਤੁਹਾਨੂੰ ਕੋਈ ਕੰਟੈਂਟ ਵਧੀਆ ਮਿਲ ਰਿਹਾ ਜਾਂ ਸੱਚੀ ਤੁਹਾਡੀ ਰਿਵੀਜ਼ਨ ਹੋ ਰਹੀ ਹੈ ਨਾ ਉਹਦੇ ਤੋਂ, ਜੇ ਤੁਹਾਨੂੰ ਹੈਲਪਫੁਲ ਹੋ ਰਿਹਾ ਤਾਂ ਪਲੀਜ਼ ਇੱਕ ਸ਼ੇਅਰ ਨਾਲ ਤੁਹਾਡਾ ਕੀ ਘੱਸਦਾ ਹੈ ਨਾ, ਤਾਂ ਐਟਲੀਸਟ 4 ਤੋਂ 5% ਨੂੰ ਸ਼ੇਅਰ ਕਰ ਦਿਆ ਕਰੋ। ਕਲੀਅਰ ਹੈ। ਅਤੇ ਲਾਈਕ ਕਰ ਦਿਆ ਕਰੋ। ਕਮੈਂਟਸ ਦੇ ਵਿੱਚ ਜੋ ਵੀ ਮੈਂ ਕੁਐਸਚਨਸ ਵਗੈਰਾ ਤੁਹਾਨੂੰ ਪੁੱਛਦੀ ਹੁੰਦੀ ਹਾਂ, ਉਹ ਕਮੈਂਟਸ ਦੇ ਵਿੱਚ ਉਹਨਾਂ ਦਾ ਜਿਹੜਾ ਰਿਪਲਾਈ ਹੈ ਪਲੀਜ਼ ਕਰ ਦਿਆ ਕਰੋ। ਠੀਕ ਹੈ ਜੀ। ਹਾਂਜੀ, ਆਪਾਂ ਨਿਊਜ਼ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਆਪਾਂ ਸਟੇਟ ਨਿਊਜ਼ ਕਰਨੀ ਹੈ। ਇਹਦੇ ਵਿੱਚ ਕੀ ਹੈ, ਗੁਜਰਾਤ ਸੀ ਪਲੇਨ ਸਰਵਿਸ। ਠੀਕ ਹੈ, ਗੁਜਰਾਤ ਸਟਾਰਟ ਕਰਨ ਜਾ ਰਿਹਾ ਆਪਣੀ ਸੀ ਪਲੇਨ ਸਰਵਿਸ ਹੈ ਜਿਹੜੀ, ਇਹ ਸਟਾਰਟਡ ਕਦੋਂ ਹੋਣੀ ਹੈ, 31 ਅਕਤੂਬਰ 2020 ਤੋਂ। ਠੀਕ ਹੈ, ਇਹ ਯਾਦ ਰੱਖਣਾ ਹੈ। ਗੁਜਰਾਤ ਕਰ ਰਿਹਾ ਸੀ ਪਲੇਨ ਸਰਵਿਸ ਨੂੰ ਸਟਾਰਟ 31 ਅਕਤੂਬਰ 2020 ਨੂੰ ਸਟਾਰਟ ਕਰ ਰਿਹਾ। ਅੱਛਾ, ਜਿਹੜਾ 31 ਅਕਤੂਬਰ 2020 ਹੈ ਇਹਦੇ ਪਿੱਛੇ ਵੀ ਲੌਜਿਕ ਹੈ ਕਿਉਂ ਇਸ ਡੇਟ ਨੂੰ ਕਰ ਰਿਹਾ ਪਰਟੀਕੂਲਰ, ਦੇਖਦੇ ਹਾਂ ਕੀ ਲੌਜਿਕ ਇਹਦੇ ਵਿੱਚ ਵੀ। ਸਾਬਰਮਤੀ ਰੀਵਰ ਤੋਂ ਲੈ ਕੇ ਸਟੈਚੂ ਆਫ ਯੂਨਿਟੀ ਤੱਕ ਹੈ ਜਿਹੜਾ ਇਹਦੀ ਸਰਵਿਸ ਦਿੱਤੀ ਜਾਊਗੀ। ਠੀਕ ਹੈ, ਇਹ ਯਾਦ ਰੱਖਣਾ ਤੁਸੀਂ। ਠੀਕ ਹੈ, ਸਟੈਚੂ ਆਫ ਯੂਨਿਟੀ ਤੱਕ, ਦੋਨੋਂ ਹੀ ਇੰਪੋਰਟੈਂਟ ਹੈ। ਅੱਛਾ, ਹੁਣ ਦੇਖੋ 31 ਅਕਤੂਬਰ ਤੇ ਸਟੈਚੂ ਆਫ ਯੂਨਿਟੀ ਦਾ ਕੋਈ ਲਿੰਕ ਬਣਦਾ, ਬਣਾਵਾਂਗੇ ਆਪਾਂ। ਠੀਕ ਹੈ, ਕੀ ਲਿੰਕ ਹੈ ਦੇਖੋ ਇਹਦਾ। ਨੈਸ਼ਨਲ ਯੂਨਿਟੀ ਡੇ ਹੈ ਜਿਹੜਾ ਉਹ 31 ਅਕਤੂਬਰ ਨੂੰ ਹੁੰਦਾ ਹੈ। ਨੈਸ਼ਨਲ ਯੂਨਿਟੀ ਡੇ ਜਿਹਨੂੰ ਆਪਾਂ ਏਕਤਾ ਦਿਵਸ ਵੀ ਕਹਿੰਦੇ ਹਾਂ, ਰਾਸ਼ਟਰੀ ਏਕਤਾ ਦਿਵਸ ਵੀ ਕਹਿੰਦੇ ਆ ਹੈ ਨਾ। ਸਰਦਾਰ ਵੱਲਭ ਭਾਈ ਪਟੇਲ ਜੀ ਦੀ ਜਯੰਤੀ ਹੁੰਦੀ ਹੈ 31 ਅਕਤੂਬਰ ਨੂੰ, ਇਸੇ ਕਰਕੇ ਇਸ ਦਿਨ ਨੂੰ ਸਟਾਰਟ ਕਰਨਾ। ਅਤੇ ਜਿਹੜਾ ਸਟੈਚੂ ਆਫ ਯੂਨਿਟੀ ਹੈ ਉਹ ਵੀ ਸਰਦਾਰ ਵੱਲਭ ਭਾਈ ਪਟੇਲ ਜੀ ਨਾਲ ਰਿਲੇਟਡ ਹੈ, ਅਤੇ ਜਿਹੜਾ ਯੂਨਿਟੀ ਡੇ ਆਪਣਾ ਨੈਸ਼ਨਲ ਮਨਾਇਆ ਜਾਂਦਾ ਉਹ ਵੀ ਉਹਨਾਂ ਨਾਲ ਹੀ ਰਿਲੇਟਡ ਹੈਗਾ। ਠੀਕ ਹੈ, ਇਸ ਲਈ ਤਿੰਨਾਂ ਦਾ ਲਿੰਕ ਬਣਦਾ, ਤਾਂ ਤਿੰਨੇ ਤੁਸੀਂ ਯਾਦ ਰੱਖਣੇ। ਇਸੇ ਕਰਕੇ 31 ਅਕਤੂਬਰ ਨੂੰ ਜਿਹੜਾ ਇਹਦਾ ਸਟਾਰਟਿੰਗ ਹੈ ਜਿਹੜੀ ਇਹਦੀ ਹੋਣੀ ਹੈ। ਕਲੀਅਰ ਹੈ। ਇਸ ਤੋਂ ਬਾਅਦ ਤੁਸੀਂ ਕੀ ਯਾਦ ਰੱਖਣਾ ਹੈਗਾ, ਦੇਖੋ ਇਹ ਸਟੈਟਿਕ ਇਨਫੋਰਮੇਸ਼ਨ ਇਸ ਸਲਾਈਡਸ ਦੇ ਵਿੱਚ ਮੈਂ ਲਿਖੀ ਦਿੱਤੀ ਹੈ ਨਾ, ਤੁਹਾਨੂੰ ਕਰਵਾਉਣੀ ਹੁੰਦੀ ਹੈ ਬੋਲ ਕੇ, ਤਾਂ ਇੱਥੇ ਲਿਖੀ ਦਿੱਤੀ ਮੈਂ। CM ਵਿਜੇ ਰੂਪਾਨੀ ਨੇ ਨਾਮ ਯਾਦ ਰੱਖ ਲਿਓ। ਗਵਰਨਰ ਨੇ ਗੁਜਰਾਤ ਦੇ ਆਚਾਰਿਆ ਦੇਵਵਰਤ, ਅਤੇ ਚੀਫ ਜਸਟਿਸ ਨੇ ਗੁਜਰਾਤ ਹਾਈ ਕੋਰਟ ਦੇ ਵਿਕਰਮ ਨਾਥ। ਕਲੀਅਰ ਹੈ, ਵਿਕਰਮ ਨਾਥ। ਠੀਕ ਹੈ, ਇਹ ਸਾਰਾ ਕੁਝ ਤੁਸੀਂ ਯਾਦ ਰੱਖਣਾ ਹੈ। ਇਸ ਤੋਂ ਇਲਾਵਾ ਆਪਾਂ 31 ਅਕਤੂਬਰ ਤੋਂ ਇੱਕ ਚੀਜ਼ ਹੋਰ ਲਿੰਕ ਕਰ ਸਕਦੇ ਹਾਂ। ਉਹ ਆਪਾਂ ਕੀ ਲਿੰਕ ਕਰ ਸਕਦੇ ਹਾਂ ਕਿ 31 ਅਕਤੂਬਰ 2018 ਦੇ ਵਿੱਚ ਹੀ ਜਿਹੜਾ ਆਪਣਾ ਸਟੈਚੂ ਆਫ ਯੂਨਿਟੀ ਹੈਗਾ ਇਹਦਾ ਉਦਘਾਟਨ ਹੋਇਆ ਸੀਗਾ, ਇਨੈਗੋਰੇਸ਼ਨ ਹੋਇਆ ਸੀ। ਠੀਕ ਹੈ, ਇਹਦਾ ਉਦਘਾਟਨ ਹੋਇਆ ਸੀਗਾ ਕਿਹਦਾ, ਸਟੈਚੂ ਆਫ ਯੂਨਿਟੀ ਦਾ। ਕਦੋਂ, ਸੇਮ ਡੇਟ ਦੇ ਉੱਤੇ 2018 ਦੇ ਉੱਤੇ। ਠੀਕ ਹੈ ਜੀ, ਇਹਨੂੰ ਯਾਦ ਰੱਖਣਾ। ਅਤੇ ਸਟੈਚੂ ਆਫ ਯੂਨਿਟੀ ਕਿਹਦੇ ਨਾਲ ਰਿਲੇਟਡ ਹੈਗਾ ਇਹ ਵੀ ਤੁਸੀਂ ਯਾਦ ਰੱਖਿਓ। ਦੇਖੋ ਹੁਣ ਮੈਂ ਸਟੈਚੂ ਆਫ ਯੂਨਿਟੀ ਬਾਰੇ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਦੀ ਹਾਂ, ਕਿਉਂਕਿ ਜਦੋਂ ਵੀ ਇਹ ਕਰੰਟ ਅਫੇਅਰਸ ਦੇ ਵਿੱਚ ਆਇਆ ਸੀ ਸਟੈਚੂ ਆਫ ਯੂਨਿਟੀ, ਬਹੁਤ ਇਹ ਤੋਂ ਨਿਊਜ਼ ਵੀ ਬਹੁਤ ਤੁਸੀਂ ਸੁਣੀ ਹੋਊਗੀ ਹੈ ਨਾ, ਅਤੇ ਵੈਸੇ ਵੀ ਕਰੰਟ ਅਫੇਅਰਸ 'ਚ ਤੁਸੀਂ ਕੀਤੇ ਆ ਕਦੇ ਤਾਂ ਸੁਣਿਆ ਹੀ ਹੋਊਗਾ। ਤਾਂ ਮੈਨੂੰ ਜਸਟ ਇਹਦੀ ਹਾਈਟ ਦੱਸ ਦਿਓ ਕਿੰਨੀ ਹੈ, ਹਾਈਟ। ਠੀਕ ਹੈ ਜੀ, ਹਾਈਟ ਦੱਸੋ ਇਹਦੀ ਕਿੰਨੀ ਹੈਗੀ ਇਹਦੀ। ਕਲੀਅਰ ਹੈ। ਇਸ ਤੋਂ ਇਲਾਵਾ ਪ੍ਰੀਵੀਅਸ ਡੇਜ਼ ਦੇ ਵਿੱਚ ਗੁਜਰਾਤ ਤੋਂ ਜਿਹੜੀਆਂ ਵੀ ਨਿਊਜ਼ ਆਈਆਂ ਆਪਾਂ ਉਹ ਕਰਦੇ ਹਾਂ ਕਵਰ। ਪ੍ਰੀਵੀਅਸ ਡੇਜ਼ ਦੇ ਵਿੱਚ ਆਪਾਂ ਇੱਕ ਨਿਊਜ਼ ਕੀਤੀ ਸੀ ਗੁਜਰਾਤ 'ਚ, ਅਗਸਤ ਦੇ ਕਰੰਟ ਅਫੇਅਰਸ ਚਾਹੇ ਉਹ ਤੁਸੀਂ ਕੀਤਾ, ਯਾਦ ਵੀ ਹੋਊਗਾ ਤੁਹਾਨੂੰ। ਦੇਖੋ ਇਹ ਪਲੇਨ ਸਰਵਿਸ ਹੈ ਨਾ ਜਿਹੜੀ, ਉਹਦੀ ਇਹ ਪਿਕ ਹੈ, ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਦਾ ਪਲੇਨ ਸਰਵਿਸ। ਠੀਕ ਹੈ, ਤਾਂ ਗੁਜਰਾਤ ਤੋਂ ਕੀ ਯਾਦ ਰੱਖਣਾ, ਆਸ਼ੀਸ਼ ਭਾਟੀਆ। ਆਸ਼ੀਸ਼ ਭਾਟੀਆ, ਪਹਿਲਾਂ ਤਾਂ ਆਪਣੇ ਮਾਈਂਡ 'ਤੇ ਸਟ੍ਰੈਸ ਦਿਓ, ਤੁਸੀਂ ਵੀ ਕੀਤੇ ਹੋਏ ਨੇ ਹੈ ਨਾ, ਕਿ ਆਸ਼ੀਸ਼ ਭਾਟੀਆ ਕੌਣ ਅਪੁਆਇੰਟ ਹੋਏ ਸੀਗੇ, ਗੁਜਰਾਤ ਦੇ DGP।
गुजरात के डायरैक्टर जनरल ऑफ पुलिस किनू अपॉइंट किया गया सी जी, आशीष भाटिया नूं। ये तुसीं याद रखना है, ठीक है। एक गुजरात है जिहड़ा सब तो वध कोस्टल लाइन है गुजरात दी है। देखो इदां दा कुछ अपना मैप है, इत्थे जो पैंदा गुजरात, आ अपना हो गया कोस्टल एरिया। देखो इधर इधर सारी एक ये कोस्टल एरिया मतलब तटिया खेतर, ठीक है, पानी लगदा ना नाल अपने, तां कि ये गुजरात है जिहड़ा ये सब तो वध बाउंड्री शेयर करदा है कोस्टल एरिया नाल, तो ये भी तुसीं याद रखना है। सैकेंडली की याद रख सकते एक होर गिर नैशनल पार्क है जिहड़ा, ये भी कित्थे हैगा गुजरात दे विच। जी तो गिर पै गया, जी तो ही गुजरात है ना, तो याद रखना मेरे हिसाब नाल ये थोड़ा जा ज़्यादा ये नाल ईजी हैगा। हाँ जी ठीक है। इस तो इलावा गुजरात तो एक होर न्यूज़ आई सी, अगस्त मंथ की न्यूज़ है, CM किसान सहाय योजना। CM किसान सहाय जिहड़ी योजना ये भी गुजरात ने शुरू की सीगी, ठीक है। ये की सीगा देखो बेसिकली जिहड़ी एक ना पहला तुसीं सुनिया होगा PM फसल बीमा योजना होंदी सी, प्रधानमंत्री फसल बीमा योजना। ये तहत भी जिहड़े भी परसन सीगे है ना अपना बीमा कराउंदे सीगे ते अपनी प्रीमियम वगैरह भी भरदे सीगे, तां उन्हां दी जे फसल खराब हो जांदी तां उन्हां नूं की मिलदा सी, मुआवजा मिलदा सीगा, ठीक है। ठीक, बट ये विच एक बेनीफिट दिता जा रहा है, गुजरात ने जिहड़ी स्कीम चलाई है CM किसान सहाय योजना, भी बिना प्रीमियम जिहड़ा भरे है आपां नूं जिहड़ा मुआवजा मिलूगा, ठीक है, जे फसल खराब हुंदी है तां मतलब कि ये होर भी ज़्यादा बैटर चीज़ है ना, तो इनू भी तुसीं की रखना याद रखना है। इस तो इलावा एक इंडैक्स आया सी प्रीवियस डेज दे विचों, किहड़ा इंडैक्स सीगा, एक्सपोर्ट प्रिपेयर्डनैस इंडैक्स, ठीक है। ये जिहड़ा कि नीति आयोग ने जारी किया सीगा, नीति आयोग बारे भी आपां करांगे बाद च, पहलां इंडैक्स बारे गल कर लैंदे आं। ये इंडैक्स किस चीज़ दे लई सी, एक्सपोर्ट हुंदा कोई चीज़ां नूं बाहर भेजना, मतलब वो इहो जी किहड़ी स्टेट है जिहड़ी वधिया तरीके नाल प्रिपेयर है एक्सपोर्ट दे लई, है ना, एक्सपोर्ट प्रिपेयर्डनैस इंडैक्स सीगा। तो उहदे विच 1 नंबर दे उत्ते कौन सीगा, गुजरात सीगा। सैकेंड नंबर दे उत्ते कौन सी जी, महाराष्ट्र। थर्ड नंबर के उत्ते कौन सीगा, तमिलनाडु। तो तीनों नाम ने जिहड़े तुसीं ये याद रखने ने, क्लीयर ने, ये अपनी प्रीवियस डेज है। अच्छा नीति आयोग ने जिहड़ा इंडैक्स है जारी किया सी, हल्का या नीति आयोग बारे भी आपां देख लैंदे आ। नीति आयोग है जिहड़ा 1 जनवरी 2015 नूं सैटअप होया सीगा, ठीक है। जिहड़े इहदे चेयरमैन ने कौन हुंदे आ, चेयरमैन इहदे जिहड़े अपने PM हुंदे ने एट प्रेजेंट कौन ने, मोदी जी, ठीक है। CEO कौन ने इहदे, अमिताभ कांत ते वाइस चेयरमैन कौन ने, राजीव कुमार। क्लीयर है। एनी इन्फॉर्मेशन जिहड़ी नीति आयोग तो भी तुसीं याद रखनी है। हुण आपां नैक्सट न्यूज़ ते मूव ऑन करते हैं। नैक्सट न्यूज़ हैगी करनाटका तो जी, करनाटका ने लॉन्च की है रोरो सर्विस। अच्छा ये हुण रोरो सर्विस की हुई है ना, रोरो का मतलब है रोल ऑन रोल ऑफ ट्रेन सर्विस, ठीक है। रोल ऑफ ए ट्रेन सर्विस ही एक तरीके नाल, रोरो ट्रेन सर्विस भी इन्हूं तुसीं कह सकते हो। रोरो ट्रेन सर्विस किने लॉन्च की है, करनाटका ने। एक किस चीज़ के रिगार्डिंग ये भी मैं तुहानूं दसदी हाँ, पहलां ये देख लो कि कित्थों तो कित्थों तक चलनी है, ठीक है। नेलामंगला टू सोलापुर, नेलामंगला कित्थे है, बेंगलुरु ते सोलापुर कित्थे है जी, महाराष्ट्र। इत्थों तो इत्थों तक ये जिहड़ी चलनी है, ठीक है। अच्छा ये किद्दां दी होगी थोड़ा देख लैंदे आ। इस तरीके नाल देखो जिहड़े जिद्दां ट्रक वगैरह हो गए है ना, हैवी व्हीकल्स हुंदे ने, उन्होंने एक जगह तो दूजी जगह पहुँचाना है, ठीक है। इदां दी ट्रेनस उहदे लई यूज़ कीतियां जांदियां ने ताकि उन्हां नूं एक जगह तो दूजी जगह पहुँचाया जा सके। इहदे नाल काफ़ी सारे बेनीफिट्स है। देखो एक तो भारी समान है जिहड़ा भेजा जा सकदा है, क्योंकि वैसे हैवी चीज़ां नूं लैके जाना औखा हुंदा है ना। सैकेंडली की हैगा, मान लो जे आपां बाय रोड लैके आने आ ट्रक्स वगैरह नूं या कोई भी हैवी चीज़ है ना, तो उहदे नाल की हुंदा, ट्रैफिक जैम हुंदा है, तो इहदे नाल ट्रैफिक जैम तो भी बचा जा सकता है। थर्डली की है, फ्यूल की बचत होंदी है। हुण मान लो ट्रक बाय मान लो रोड जावे है ना, एक तो ट्रैफिक जैम च भी मतलब अपना कॉन्ट्रीब्यूशन दूगा, दूजा की है फ्यूल भी लगूगा, तो एवें तो है नहीं पानी तो चलता है ना, तो सारी चीज़ों की बचत है। तो ये किने चलाई है जी, करनाटका ने रोरो ट्रेन सर्विस, रोल ऑन रोल ऑफ है, ठीक है। रोरो का मतलब एवें नहीं कि रोंदे रोंदे चलाते हो, नथिंग एल्स, ठीक है, इदां दा कुछ नहीं है। हाँ जी, इस तो इलावा करनाटका है जिहड़ा, तो आप कुछ बेसिक इन्फॉर्मेशन करते हैं, दैट इज़ कैपिटल, CM, गवर्नर एंड चीफ जस्टिस। जिहड़े कैपिटल है जी, ये सबनूं ही पता है ना, बेंगलुरु है। बेंगलुरु जदों भी आऊगा सब तो पहला बेंगलुरु तो तुहानूं इसरो याद होना चाहिए, ठीक है, इंडियन स्पेस रिसर्च ऑर्गेनाइजेशन, जिहड़ा कि 1969 ਦੇ ਵਿੱਚ ਬਣਿਆ ਸੀ, ਤੇ बेंगलुरु ਦੇ ਵਿੱਚ ਕੀ ਹੈ, ਦਾ ਹੈੱਡਕੁਆਟਰ है। इस तो इलावा ਉਹਦੇ चेयरमैन ने इसरो ਦੇ ਜਿਹੜੇ, ਉਹਨਾਂ ਦਾ ਨਾਮ ਕੀ ਹੈ, के सिवन, ठीक है। जो बेंगलुरु आ गया, इन्हूं रिवाइज बस कर लेना है। CM BS येडियुरप्पा, गवर्नर ने वजूभाई वाला, ठीक है। चीफ जस्टिस ने किहड़े, अभय श्रीनिवास। ये सारी इन्फॉर्मेशन है जिहड़ी तो तुसीं याद रख लियो, क्लीयर है। इस तो इलावा आप प्रीवियस डेज दे विच इहदे तो जो भी न्यूज़ आई है अपनी
ਕਰਨਾਟਕਾ ਜਾਂ ਬੈਂਗਲੁਰੂ, ਉਹ ਵੀ ਆਪਾਂ ਰਿਵਾਈਜ਼ ਕਰ ਲੈਂਦੇ ਹਾਂ। BSc ED ਯੂਰਪਾ ਜਿਹੜੇ ਕਿ ਇਹਦੇ CM ਨੇਗੇ, ਇਹਨਾਂ ਨੇ ਨਾ ਲੇਡ ਫਾਊਂਡੇਸ਼ਨ ਰੱਖੀ ਸੀਗੀ, ਅਗਸਤ ਦੇ ਵਿੱਚ ਕੀਤਾ ਸੀਗਾ, ਅਗਸਤ 1 ਦੇ ਵਿੱਚ ਤੁਹਾਨੂੰ ਮਿਲੂਗਾ, ਪਹਿਲੇ ਅਗਸਤ ਦੀ ਕਰੰਟ ਅਫੇਅਰ ਸੀਗਾ ਇਹ। ਬੈਂਗਲੁਰੂ ਲਾਈਫ ਸਾਇੰਸ ਪਾਰਕ ਦੀ ਨੀਂਹ ਰੱਖੀ ਸੀ, ਬੈਂਗਲੁਰੂ ਲਿਖਿਆ ਹੀ ਹੋਇਆ ਹੈ ਨਾ, ਲਾਈਫ ਸਾਇੰਸ ਪਾਰਕ। ਬੈਂਗਲੁਰੂ ਲਾਈਫ ਸਾਇੰਸ ਪਾਰਕ ਦੀ ਜਿਹੜੀ ਨੀਂਹ ਸੀ ਕਿਹਨਾਂ ਨੇ ਰੱਖੀ ਸੀ? ਕਰਨਾਟਕਾ ਦੇ CM BSc ED ਯੂਰਪਾ ਨੇ, ਠੀਕ ਹੈ। ਤੇ ਇਹਦੇ ਉੱਤੇ ਲਾਗਤ ਕਿੰਨੇ ਦੀ ਆਈ ਸੀ? 5000 ਕਰੋੜ ਦੀ। ਦਸੰਬਰ 2022 ਤੱਕ ਹੈ ਜਿਹੜਾ ਇਹ ਕੰਪਲੀਟ ਹੋ ਜਾਊਗਾ। 52 ਏਕੜ ਦੀ ਜਿਹੜੀ ਜ਼ਮੀਨ ਇਹਦੇ ਉੱਤੇ ਯੂਜ਼ ਹੋਈ ਸੀ, ਠੀਕ ਹੈ। ਇਹ ਸਾਰਾ ਕੁਝ ਤੁਸੀਂ ਯਾਦ ਰੱਖਣਾ। ਇਸ ਤੋਂ ਇਲਾਵਾ ਬੈਂਗਲੁਰੂ ਤੋਂ ਯਾਦ ਰੱਖ ਸਕਦੇ ਹੋ ਕਿ ਇਹਨੂੰ ਇਲੈਕਟ੍ਰੋਨਿਕ ਸਿਟੀ ਵੀ ਕਿਹਾ ਜਾਂਦਾ, ਇਲੈਕਟ੍ਰੋਨਿਕ ਸਿਟੀ ਵੀ ਕਿਹਾ ਜਾਂਦਾ, ਠੀਕ ਹੈ ਜੀ। ਇਹ ਸਾਰੀ ਇਨਫੋਰਮੇਸ਼ਨ ਤੁਸੀਂ ਇਹ ਤੋਂ ਯਾਦ ਰੱਖਣੀ ਹੈ। ਇੱਕ ਹੋਰ ਬਹੁਤ ਇੰਪੋਰਟੈਂਟ ਨਿਊਜ਼ ਆਈ ਸੀ ਪ੍ਰੀਵੀਅਸ ਡੇਜ਼ 'ਚ ਬੈਂਗਲੁਰੂ ਤੋਂ, ਠੀਕ ਹੈ। ਦੇਖੋ COVID-19 ਜਿਹੜਾ ਸਭ ਤੋਂ ਵੱਡਾ ਹੈਲਥ ਕੇਅਰ ਸੈਂਟਰ ਬਣਿਆ ਹੈਗਾ ਉਹ ਬੈਂਗਲੁਰੂ ਦਾ ਹੀ ਹੈ। ਵਰਲਡ ਲਾਰਜੈਸਟ ਕੋਵਿਡ ਕੇਅਰ ਹੈਲਥ ਸੈਂਟਰ ਹੈ ਜਿਹੜਾ ਬਣਿਆ ਉਹ ਬੈਂਗਲੁਰੂ ਦਾ ਹੀ ਹੈ। ਬਹੁਤ ਵਾਰ ਮੈਂ ਤੁਹਾਨੂੰ ਰਿਵਾਈਜ਼ ਕਰਾਤਾ, ਇਹਦੀ ਜਿਹੜੀ ਕੈਪੈਸਿਟੀ ਹੈ 10,100 ਬੈੱਡਸ ਦੀ ਹੈ, ਠੀਕ ਹੈ। ਸੈਕਿੰਡ ਨੰਬਰ 'ਤੇ ਜਿਹੜਾ ਵਰਲਡ ਲਾਰਜੈਸਟ ਕੋਵਿਡ ਕੇਅਰ ਸੈਂਟਰ ਹੈਗਾ, ਠੀਕ ਹੈ, ਤਾਂ ਉਹ ਦਿੱਲੀ ਦਾ ਹੈ ਨਾ, ਦਿੱਲੀ ਦਾ। ਤਾਂ ਦਿੱਲੀ ਵਾਲੇ ਦੀ ਕਪੈਸਿਟੀ ਕਿੰਨੀ ਸੀਗੀ? 10,000, ਹੈ ਨਾ। ਇਸ ਤੋਂ ਇਲਾਵਾ ਹੈ ਨਾ UP ਦਾ ਵੀ ਮੈਂ ਤੁਹਾਨੂੰ UP ਨਾਲ ਵੀ ਰਿਵਾਈਜ਼ ਕਰਾਇਆ ਸੀਗਾ। ਉਹ UP ਦੇ ਜਿਹੜੇ ਆਪਣੇ CM ਨੇ ਯੋਗੀ ਆਦਿੱਤਿਆਨਾਥ, ਉਹਨਾਂ ਨੇ ਕੀਤੀ ਸੀ ਉਹਦੀ ਇਨੈਗੋਰੇਸ਼ਨ, ਹੈ ਨਾ। ਉਹ ਜਿਹੜੇ ਸੀਗੇ UP ਵਾਲਾ, ਉਹਦੇ 400 ਬੈੱਡ ਦੀ ਕਪੈਸਿਟੀ ਸੀ। ਸਾਰੇ ਯਾਦ ਰੱਖਣੇ ਆ। ਬੈਂਗਲੁਰੂ ਵਾਲੇ ਦੀ ਕਿੰਨੇ ਸੀ? 10,100 ਦੀ, ਸਭ ਤੋਂ ਵੱਡਾ ਦੁਨੀਆ ਦਾ। ਸੈਕਿੰਡ ਨੰਬਰ 'ਤੇ ਕਿਹੜਾ ਦੁਨੀਆ ਦਾ? ਦਿੱਲੀ ਵਾਲਾ 10,000। ਅਤੇ ਤੀਜੇ ਨੰਬਰ 'ਤੇ ਨਹੀਂ ਹੈ, ਸੌਰੀ, ਵੈਸੇ ਉਹ ਪ੍ਰੀਵੀਅਸ ਡੇਜ਼ 'ਚ ਆਇਆ ਸੀਗਾ UP ਵਾਲਾ, 400 ਬੈੱਡ ਦੀ ਕੈਪੈਸਿਟੀ ਸੀ। ਕਲੀਅਰ ਹੈ ਜੀ। ਨੈਕਸਟ ਆ ਜਾਓ ਅਪੁਆਇੰਟਮੈਂਟ 'ਤੇ। ਨੈਕਸਟ ਅਪੁਆਇੰਟਮੈਂਟ ਹੈ PM ਆਫ ਲੈਬਨਨ। ਜਿਹੜੇ ਲੈਬਨਨ ਦੇ PM ਨੇ ਇਹ ਨਵੇਂ ਅਪੁਆਇੰਟ ਹੋ ਚੁੱਕੇ ਆ। ਥੋੜ੍ਹੇ ਦਿਨ ਪਹਿਲਾਂ ਤੁਹਾਨੂੰ ਯਾਦ ਹੋਊਗਾ ਮੈਂ ਤੁਹਾਨੂੰ ਕਰਵਾਇਆ ਸੀ ਕਿ ਜਿਹੜੇ ਲੈਬਨਨ ਦੇ PM ਨੇ ਉਹਨਾਂ ਨੇ ਰਿਜ਼ਾਈਨ ਦਿੱਤਾ, ਹੈ ਨਾ। ਤਾਂ ਮਤਲਬ ਕਿ ਹੁਣ ਨਵੇਂ ਅਪੁਆਇੰਟ ਹੋ ਗਏ ਆ, ਠੀਕ ਹੈ। ਤਾਂ ਨਾਮ ਦੇਖੋ ਇਹਨਾਂ ਦਾ ਕੀ ਹੈ? ਮੁਸਤਫਾ ਅਦੀਬ। ਨਾਮ ਯਾਦ ਰੱਖ ਲਿਓ ਬਸ ਇਹਨਾਂ ਦਾ, ਠੀਕ ਹੈ। ਲੈਬਨਨ ਤੋਂ ਕੀ ਸੀਗਾ ਪ੍ਰੀਵੀਅਸ ਡੇਜ਼ ਦੇ ਵਿੱਚ? ਜਿਹੜੇ ਲੈਬਨਨ ਦੇ ਪਹਿਲਾਂ PM ਸੀਗੇ ਉਹਨਾਂ ਦਾ ਨਾਮ ਸੀ ਜੀ ਹਸਨ ਦਾਇਬ, ਠੀਕ ਹੈ। ਇਹਨਾਂ ਨੇ ਆਪਣਾ ਰੈਜ਼ੀਗਨੇਸ਼ਨ ਦਿੱਤਾ ਸੀਗਾ, ਠੀਕ ਹੈ। ਇਹ ਕਿਉਂ ਰੈਜ਼ੀਗਨੇਸ਼ਨ ਦਿੱਤਾ ਸੀਗਾ? ਦੇਖੋ ਇਹਨਾਂ ਨੇ, ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ, ਲੈਬਨਨ ਦੀ ਜਿਹੜੀ ਕੈਪੀਟਲ ਹੈ ਨਾ ਬੇਰੂਟ ਹੈ, ਠੀਕ ਹੈ। ਇਹ ਵੀ ਯਾਦ ਰੱਖਣਾ ਹੈ। ਬੇਰੂਟ ਦੀ ਬੋਟ 'ਤੇ ਨਾ ਐਮੋਨੀਅਮ ਨਾਈਟ੍ਰੇਟ ਦਾ ਸਟੋਰੇਜ ਸੀਗਾ, ਠੀਕ ਹੈ। ਉਸ ਸਟੋਰੇਜ ਦੇ ਵਿੱਚ ਬਹੁਤ ਭਿਆਨਕ ਧਮਾਕਾ ਹੋਇਆ। ਦੇਖੋ ਆਪਾਂ TV ਚੈਨਲਸ 'ਤੇ, WhatsApp ਨੈੱਟ ਸਭ 'ਤੇ ਆਪਾਂ ਨੇ ਚੀਜ਼ਾਂ ਦੇਖੀਆਂ ਨਾ, ਸੋਸ਼ਲ ਮੀਡੀਆ 'ਤੇ ਕਿੰਨੀ ਉਹ ਵੀਡੀਓਜ਼ ਉਹਨਾਂ ਦੀਆਂ ਵਾਇਰਲ ਹੋਈਆਂ ਸੀਗੀਆਂ। 160 ਪਲੱਸ ਜਿਹੜੇ ਪਰਸਨ ਸੀਗੇ ਡਾਈਡ ਹੋ ਗਏ ਸੀਗੇ, ਅਤੇ 60,000 ਦੇ ਨੀਅਰ ਅਬਾਊਟ ਜਿਹੜੇ ਇੰਜਰਡ ਸੀਗੇ, ਜ਼ਖਮੀ ਹੋ ਗਏ ਸੀਗੇ, ਠੀਕ ਹੈ। ਤਾਂ ਕੀ ਹੈ ਉੱਥੇ ਮਤਲਬ ਵਿਸਫੋਟ ਹੋ ਗਿਆ ਸੀ ਨਾ ਸਟੋਰੇਜ ਦੇ ਵਿੱਚ, ਆਪਾਂ ਨੂੰ ਸਭ ਨੂੰ ਪਤਾ ਹੀ ਹੈਗਾ। ਤਾਂ ਮਤਲਬ ਲੋਕ ਬਹੁਤ ਵਿਰੋਧ ਕਰ ਰਹੇ ਸੀਗੇ ਉਹਨਾਂ ਦਾ, PM ਦਾ। ਤਾਂ ਉਹਨਾਂ ਨੇ ਕੀ ਕੀਤਾ? ਹਸਨ ਦਾਇਬ ਜੀ ਨੇ ਆਪਣਾ ਰੈਜ਼ੀਗਨੇਸ਼ਨ ਦਿੱਤਾ ਸੀਗਾ, ਠੀਕ ਹੈ। ਤਾਂ ਹੁਣ ਉਹਨਾਂ ਦੀ ਜਗ੍ਹਾ 'ਤੇ ਨਵੇਂ ਮਤਲਬ PM ਅਪੁਆਇੰਟ ਹੋ ਗਏ ਨੇ, ਠੀਕ ਹੈ। ਮੁਸਤਫਾ ਅਦੀਬ ਨਾਮ ਯਾਦ ਰੱਖ ਲਿਓ। ਕੈਪੀਟਲ ਤੁਹਾਨੂੰ ਦੱਸਿਆ ਹੀ ਹੈ ਬੇਰੂਟ ਹੈ, ਠੀਕ ਹੈ। ਲੈਬਨੀਜ਼ ਪਾਊਂਡ ਹੈ ਜਿਹੜੀ ਉੱਥੋਂ ਦੀ ਕੀ ਹੈ? ਕਰੰਸੀ ਹੈ, ਠੀਕ ਹੈ। ਇਹ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਲੈਬਨਾਨ ਤੋਂ ਤੁਸੀਂ ਰਿਵਾਈਜ਼ ਰੱਖਣੀ ਹੈ। ਅਤੇ ਪ੍ਰੀਵੀਅਸ ਡੇਜ਼ 'ਚ ਜੋ ਆਇਆ ਸੀ ਉਹ ਵੀ ਤੁਹਾਨੂੰ ਮੈਂ ਦੱਸ ਹੀ ਦਿੱਤਾ, ਠੀਕ ਹੈ। ਅਗਲੀ ਨਿਊਜ਼ ਉੱਤੇ ਚੱਲਦੇ ਹਾਂ। ਨੈਕਸਟ ਨਿਊਜ਼ ਆ ਗਈ ਜੀ ਸਪੋਰਟਸ ਤੋਂ, ਹੈ ਨਾ। ਬੜੀ ਵਧੀਆ ਨਿਊਜ਼ ਹੈ ਇਹ। ਕੀ ਹੈ? ਅਨਅਕੈਡਮੀ ਮੇਡ ऑफिशियल ਪਾਰਟਨਰ ਬਾਈ BCCI ਫਰੋਮ IPL 2020 ਟੂ IPL 2022। ਅਨਅਕੈਡਮੀ ਨੂੰ ऑफिशियल ਪਾਰਟਨਰ ਬਣਾ ਲਿਆ ਕਿਹਨੇ? BCCI ਨੇ। ਕਾਹਦੇ ਲਈ? IPL ਦੇ ਲਈ, ਠੀਕ ਹੈ। IPL 2020 ਤੋਂ ਲੈ ਕੇ 2022 ਤੱਕ ਹੋਣਾ ਜਿਹੜਾ, ਠੀਕ ਹੈ। ਇੱਕ ਤਰੀਕੇ ਦੀ ਪਾਰਟਨਰਸ਼ਿਪ ਹੈ ਇਹ, ਠੀਕ ਹੈ। ਕਿਹਦੇ ਵਿਚਾਲੇ ਹੋਈ ਹੈ? BCCI ਅਤੇ ਅਨਅਕੈਡਮੀ ਦੇ ਵਿਚਾਲੇ। ਅਨਅਕੈਡਮੀ ਆਪਾਂ ਨੂੰ ਸਭ ਨੂੰ ਪਤਾ ਹੈ, ਤੁਹਾਨੂੰ ਤਾਂ ਬੈਟਰ ਵੇ ਨਾਲ ਪਤਾ ਹੋਊਗਾ, ਕਿਉਂਕਿ ਹਰ ਵੀਡੀਓ ਦੇ ਐਂਡ 'ਤੇ ਮੈਂ ਕਹਿੰਦੀ ਹਾਂ ਕਿ ਫਨਕਾਰ ਸਰ ਦੀਆਂ ਕਲਾਸਿਸ ਅਨਅਕੈਡਮੀ ਜੁਆਇਨ ਕਰੋ, ਹੈ ਨਾ। ਤਾਂ ਤੁਹਾਨੂੰ ਪਤਾ ਹੀ ਹੋਊਗਾ, ਹੈ ਨਾ। ਅਨਅਕੈਡਮੀ ਇੱਕ ਐਜੂਕੇਸ਼ਨ ਕੰਪਨੀ ਹੈ, ਠੀਕ ਹੈ। ਤਾਂ ਉਹਨਾਂ ਨਾਲ ਕੀ ਕੀਤਾ ਇਹਨਾਂ ਨੇ? ऑफिशियल ਪਾਰਟਨਰ ਬਣਾ ਲਿਆ ਅਨਅਕੈਡਮੀ ਨੂੰ, ਠੀਕ ਹੈ। ਇਹਨੂੰ ਯਾਦ ਰੱਖ ਲਿਓ। ਅਤੇ IPL 2020 ਤੋਂ ਲੈ ਕੇ 2022 ਤੱਕ, ਮਤਲਬ ਨੈਕਸਟ 3 ਦੇ ਲਈ, ਠੀਕ ਹੈ, ਈਅਰਸ ਦੇ ਲਈ। ਅਤੇ ਇਸ ਤੋਂ ਬਾਅਦ ਇਹ ਯਾਦ ਰੱਖਣਾ ਤੁਸੀਂ ਕਿ ਇਹਦਾ ਜਿਹੜਾ ਹੈੱਡਕੁਆਟਰ ਹੈਗਾ ਉਹ ਕਿੱਥੇ ਹੈਗਾ? ਇਹਦਾ ਜਿਹੜਾ ਹੈੱਡਕੁਆਟਰ ਹੈ ਕਿੱਥੇ? ਅਗੇਨ ਬੈਂਗਲੁਰੂ ਆ ਗਿਆ। ਪਿੱਛੇ ਆਪਾਂ ਬੈਂਗਲੁਰੂ ਕਿੱਥੇ ਕੀਤਾ ਸੀ? ਕਰਨਾਟਕਾ ਦੀ ਕੈਪੀਟਲ, ਠੀਕ ਹੈ। ਬੈਂਗਲੁਰੂ ਤੋਂ ਕੀ ਰਿਵਾਈਜ਼ ਕੀਤਾ ਸੀ? ISRO 1969 Case 1। ਸਾਰਾ ਕੁਝ ਇੱਦਾਂ ਹੀ ਰਿਵਾਈਜ਼ ਕਰਨਾ ਹੈ, ਠੀਕ ਹੈ। ਦੈਨ ਕੀ ਹੈਗਾ? ਜਿਹੜਾ IPL ਹੈਗਾ ਇਹਦਾ 13th ਐਡੀਸ਼ਨ ਹੈਗਾ, 13th ਐਡੀਸ਼ਨ ਹੈ। ਇਹਨੂੰ ਯਾਦ ਰੱਖ ਲਿਓ, ਠੀਕ ਹੈ। 13th ਐਡੀਸ਼ਨ ਹੈ ਅਤੇ ਹੈਲਡ ਕਿੱਥੇ ਹੋਊਗਾ? UAE ਦੇ ਵਿੱਚ। ਕਿੱਥੇ ਹੈਲਡ ਹੋਊਗਾ ਜੀ? UAE ਦੇ ਵਿੱਚ, ਯੂਨਾਈਟਿਡ ਅਰਬ ਐਮੀਰਾਟਸ। ਅੱਛਾ, ਜਦੋਂ ਯੂਨਾਈਟਿਡ ਅਰਬ ਐਮੀਰਾਟਸ ਆਉਂਦਾ ਹੁੰਦਾ ਨਾ, ਅਤੇ ਇਹ ਤੋਂ ਦੁਬਈ ਰਿਵਾਈਜ਼ ਕਰ ਲਿਆ ਕਰੋ ਤੁਸੀਂ। ਦੁਬਈ ਦੇ ਵਿੱਚ ਕਿਉਂ ਕਰਾਇਆ ਮੈਂ ਤੁਹਾਨੂੰ? ਕਿਉਂਕਿ ICC ਦਾ ਹੈੱਡਕੁਆਟਰ ਹੈ ਇੱਥੇ। ਦੁਬਈ ਦੇ ਵਿੱਚ ICC ਦਾ ਹੈੱਡਕੁਆਟਰ, ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ ਦਾ।
एक चीज़ होर दसदी हाँ, ਜਿਹੜਾ ICC है ना, ਇਹਦੀਆਂ ਦੋ ਤਰੀਕੇ ਦੀਆਂ ਫੁੱਲ ਫਾਰਮਸ ਹੈ। ਇੱਕ ਤਾਂ ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ, ਜਿਹਦਾ ਹੈੱਡਕੁਆਟਰ ਦੁਬਈ ਦੇ ਵਿੱਚ ਹੈ, ਮੈਂ ਤੁਹਾਨੂੰ ਹੁਣੇ ਦੱਸਿਆ। ਇੱਕ ਹੋਰ ਫੁੱਲ ਫਾਰਮ ICC ਤੋਂ ਹੀ ਬਣਦੀ ਹੈ, ਉਹ ਹੈਗੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਬਹੁਤ ਵਾਰ ਐਗਜ਼ਾਮ ਦੇ ਵਿੱਚ ਆਇਆ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ ਜਿਹੜਾ, ਉਹਦਾ ਹੈੱਡਕੁਆਟਰ ਕਿੱਥੇ ਹੈ? ਉਹਦਾ ਹੈੱਡਕੁਆਟਰ ਹੈਗਾ ਜੀ ਹੇਗ, ਨੀਦਰਲੈਂਡ 'ਚ। ਕਿੱਥੇ? ਹੇਗ, ਨੀਦਰਲੈਂਡ। ठीक है, WE याद रख लियो ये भी। चलो वापस आने आप बैक टू द पॉइंट। तो UAE ਦੇ ਵਿੱਚ ਹੈਲਡ ਹੋਣਾ है, ठीक है, कदों तो कदों तक? 19 ਸੈਪਟੰਬਰ to 10 ਨਵੰਬਰ ਦੇ ਡਿਊਰਿੰਗ। ਇਹਨੂੰ ਵੀ याद रख लियो। चलो BCC ਤੇ मूव ऑन करते हैं। BCCI ਤੇ BCCI ਦੀ ਫੁੱਲ ਫਾਰਮ ਕੀ ਹੈ ਜੀ? ਬੋਰਡ ਆਫ ਕੰਟਰੋਲ ਫॉर ਕ੍ਰਿਕਟ ਇਨ ਇੰਡੀਆ। ਕਲੀਅਰ ਹੈ ਜੀ। ਇਹਦੇ ਚੇਅਰਮੈਨ ਦਾ ਨਾਮ ਹੈ ਜਿਹੜਾ ਤੁਸੀਂ ਯਾਦ ਰੱਖਣਾ, ਸੌਰਵ ਗਾਂਗੁਲੀ। क्लीयर है? ये अनअकैडमी की पिक्चर हैगी, सौरभ गांगुली। इन्ना कि तो तुसी की रखना है, याद रखना है। हाँ जी, नैक्सट उत्ते मूव ऑन करते हैं। नैक्सट हैगी है जी ऑबचरी तो न्यूज़। ऑबचरी तो की होंगी, आपां नूं मतलब किसी डैथ वगैरह हो जाती है ना, तो आपां नूं सब नूं पता, आपां TV चैनल से देखे अपने प्रणब मुखर्जी, ठीक है, अपने प्रणब मुखर्जी जिहड़े कि अपने फॉर्मर प्रैजिडेंट रहे ने इंडिया के, उन्होंने रीसेंटली की है डेथ हो चुकी है, पासड अवे। ठीक है, तो इन्हां दे बारे कुछ क मेन इन्फॉर्मेशन आपां कर लैंदे आ। सब तो पहलां तो याद रखना जिहड़े प्रणब मुखर्जी ने अपने 13th नंबर के जोड़े प्रैजिडेंट से 13th नंबर के एट प्रैजेंट 14th चल रहे हैं, जिन्हों का नाम है रामनाथ कोविंद। रामनाथ कोविंद 14th ने हो। ठीक है, याद रखना इन्हों का। ठीक है, 84 की जी एज के इन्हों की डैथ हो गई है। ठीक है, ये याद रख लियो। इस तो इलावा ये तो तुसी याद रख सकते हो कि 2008 के विच इन्हों की है पद्म विभूषण मिलिया, पद्म विभूषण मिलिया। तो 2019 ਦੇ ਵਿੱਚ ਇਹਨਾਂ ਨੂੰ ਭਾਰਤ ਰਤਨ ਵੀ ਮਿਲਿਆ। ठीक है, ਇਹ ਇਨਫੋਰਮੇਸ਼ਨ ਇੰਪੋਰਟੈਂਟ ਹੈ, याद रख लियो। देखो ये सारिया इंपॉर्टेंट बुक्स ने ਜਿਹੜੀਆਂ ਇਹਨਾਂ ਦੇ ਨਾਲ ਰਿਲੇਟਡ ਨੇ। ठीक है, प्रणब मुखर्जी ਦੇ ਨਾਲ मैं ਸਾਰੀਆਂ ਇੱਥੇ ਲਿਖਤੀਆਂ। ਤੇ ਬੁੱਕਸ ਹੁਣ ਜਦੋਂ ਵੀ ਆਉਣਗੀਆਂ, मतलब ਅਗਲੇ ਇਸ ਸਤੰਬਰ ਦੇ ਵਿੱਚ ਆਪਾਂ ਬੁੱਕਸ ਕਰਦੇ ਹੁੰਦੇ ਨਾ ਇੰਪੋਰਟੈਂਟ, ਕਿਸੇ ਨੇ ਲਿਖੀ ਹੁੰਦੀ ਹੈ, ਤਾਂ ਉੱਥੇ ਮੈਂ ਤੁਹਾਨੂੰ ਇਹ ਸਾਰੀਆਂ ਦੀਆਂ ਸਾਰੀਆਂ ਰਿਵਾਈਜ਼ ਕਰਾਉਂਗੀ। ਤੇ ਹੋ ਸਕਦਾ ਕਿਸੇ ਕੁਐਸਚਨ ਦੇ ਵਿੱਚ ਤੁਹਾਨੂੰ ਪੁੱਛ ਵੀ ਲਵਾਂ, ਹੈ ਨਾ, ਕਿ ਕਿਹੜੀ ਬੁੱਕ ਇਹਨਾਂ ਨੇ ਲਿਖੀ ਆ, ਔਡ ਵਨ ਵਗੈਰਾ, ਤਾਂ ਪਲੀਜ਼ ਇਹ ਤੋਂ ਤਰੀਕੇ ਨਾਲ ਯਾਦ ਕਰ ਲਿਓ। ਮੈਂ ਸਾਰੀਆਂ ਲਿਖਤੀਆਂ ਇੱਥੇ। ਦੀ ਕੋਲੀਸ਼ਨ ਈਅਰਸ, ਦੀ ਡਰਾਮੈਟਿਕ ਡਿਕੇਡ ਇੰਦਰਾ ਗਾਂਧੀ ਈਅਰਸ, ਦੀ ਟਰਬੂਲੈਂਟ ਈਅਰਸ 1980 to 1996, ਬਿਯੋਂਡ ਸਰਵਾਈਵਲਸ ਥਾਟਸ ਐਂਡ ਰਿਫਲੈਕਸ਼ਨਸ। ठीक है, एक होर तरीका दसदी हाँ। मान लो तुहानूं पूरा पूरा बुक्स का नेम है जिहड़ा याद नहीं हुंदा, मेरे हिसाब नाल पहले आह वाले 3 तो याद हो जाणगे, है ना। कोलीशन ईयर, ठीक है, कोलीशन वैसे आप कोलीशन की गवर्नमेंट गठबंधन की सरकार कह दें, ये भी परसन है जिहड़ा सरकार नाल रिलेटेड है, तो कोलीशन याद रख लियो। ठीक है, हुण जिवें ईयर तो लिंक क्रिएट करा, 2 बुक्स इन्हां दी इहो जिहियां ने जिन्हां दे पिछे ईयर पैंदा, तो इनू ईयर तो याद रख लियो। ईयर है ना, मतलब ड्रामेटिक ईयर, इंदिरा गांधी ईयर, इनू याद रख लियो। ठीक है, हुण 2 बुक्स दे विच तां कल्ला ईयर्स दिता है, एक बुक दे विच पर्टिकुलर ईयर ही देता, है ना, भी किन्ने तो किन्ने ईयर तक, तो इनू आए याद रख लियो 80 तो 96 तक। ठीक है, हुण देखो इन्हां ने इंदिरा गांधी दे नाल नाम की बुक लिखी है ना, तो 1984 का सब नूं पता ही है, ब्लू स्टार ऑपरेशन है जिहड़ा, है ना, तो वो इहदे ड्यूरिंग आंदा है। ठीक है, तो इनू एवें भी लिंक कर सकते हो। ठीक है, बाद च रह गए 2, है ना, इन्हों इकट्ठियां याद कर लियो, बियॉन्ड सर्वाइवल से थॉट ऑफ रिफ्लैक्शन। एक बार दोबारा मैं रिवाइज करानी है। देखो पता की होंगे, जो कोई आपको बोल के दसदा ना, अपने माइंड के पिक्चर सैटअप हो जाती है, थोड़ा पता भी नहीं लगना बुक्स तुहानूं किवें याद हो जाणगियां। ठीक है, एक बुक याद करनी सौखी है, इकट्ठियां याद करनियां औखियां। ठीक है, बट देखियो तो बाद तुहानूं किवें याद रहूगा जो ऑप्शन देखोगे। कोलीशन ईयर्स, ड्रामेटिक डिकेड, इंदिरा गांधी ईयर्स, दोनों के पिछे ईयर आ गए, एक दे विच ईयर ही देते 80 तो 96 तक। इंदिरा गांधी का वैसे भी टाइम सी। ठीक है, टर्बूलेंट ईयर्स, उस तो बाद आप दोनों याद रख लियो, बियॉन्ड सर्वाइवल्स ते थॉट ऑफ रिफ्लैक्शंस। आई होप तुहानूं क्लीयर हो गया होगा। ठीक है जी, नैक्सट न्यूज़ ते मूव ऑन करते हैं। नैक्सट भी अपनी ऑबचरी तो ही न्यूज़ हैगी। ये न्यूज़ की है, डॉक्टर एस पद्मावती फस्ट विमेन कार्डियोलॉजिस्ट ऑफ इंडिया, ਜਿਹੜੇ कि जिन्हों की की है डैथ हो गई है। ठीक है, इन्हों का नाम याद रख लियो, एस पद्मावती फस्ट विमेन कार्डियोलॉजिस्ट, तां करके ही इंपॉर्टेंट बनते हैं। ठीक है, कार्डियोलॉजिस्ट हार्ट नाल रिलेटेड होंदा है ना। तो इन्हों होर की कहा जाता है, गॉड मदर ऑफ कार्डियोलॉजी भी कहा जाता है, इन्हों का टाइटल भी याद रखना है। ठीक है, इस तो इलावा इन्हों होर की मिलिया होया, देखो इन्हों पद्म भूषण ते पद्म विभूषण दोनों ही जिहड़े इन्हों मिले हुए हैं, तो यह भी याद रखना है, पद्म भूषण ते पद्म विभूषण। क्लीयर है, इस तो इलावा देखो आप थोड़ा जा ना इन्हां बारे रिवाइज कर लैंदे आ। पद्म भूषण है कि ये काफ़ी बारी आते रहते हैं ना, जो भी आप कोई ना कोई ऑबचरी करते हैं, आप उत्थे लिख दें भी इन्होंने पद्म श्री मिलिया होया वगैरह वगैरह। ठीक है, तो थोड़ा जिहा तुहानूं आपां सिविलियन अवार्ड्स बारे करते हैं। ठीक है, आप क्लीयरली हुण माड़ा जिहा ना ध्यान नाल अपने नोट कर लियो, इत्थे ही सिविलियन अवार्ड्स करा रही हैं, सिविलियन
ਅਵਾਰਡਸ, ਹੈਡਿੰਗ ਬਣਾ ਲਿਓ, ਠੀਕ ਹੈ, ਵਧੀਆ ਤਰੀਕੇ ਨਾਲ ਲਿਖ ਲਿਓ। ਅੱਛਾ, ਸਭ ਤੋਂ ਪਹਿਲੇ ਨੰਬਰ ਦਾ ਜਿਹੜਾ ਹਾਈਐਸਟ ਸਿਵੀਲੀਅਨ ਅਵਾਰਡ, ਜਿਹਤੋਂ ਕੁਐਸਚਨ ਇਹ ਆਉਂਦਾ ਹੁੰਦਾ ਕਿ ਆਪਣਾ ਜਿਹੜਾ ਹਾਈਐਸਟ ਸਿਵੀਲੀਅਨ ਅਵਾਰਡ ਹੈ ਉਹ ਕਿਹੜਾ ਹੈ, ਉਹ ਹੈਗਾ ਜੀ ਭਾਰਤ ਰਤਨ। ਭਾਰਤ ਰਤਨ, ਇਹਨੂੰ ਯਾਦ ਰੱਖਣਾ ਹੈ। ਕਦੋਂ ਸਟਾਰਟ ਹੋਇਆ ਜੀ ਇਹ? 1954 ਦੇ ਵਿੱਚ, ਠੀਕ ਹੈ। ਦੇਵਨਾਗਰੀ ਜਿਹੜੀ ਸਕ੍ਰਿਪਟ ਹੈ ਇਹਦੇ ਫਰੰਟ ਦੇ ਉੱਤੇ ਲਿਖੀ ਹੋਈ ਹੈ ਤੇ ਸਨ ਦੀ ਫਿਗਰ ਵੀ ਬਣੀ ਹੋਈ ਹੈ, ਠੀਕ ਹੈ। ਪਿੱਪਲ ਦੀ ਸ਼ੇਪ ਦੇ ਵਿੱਚ ਇਹ ਹੁੰਦਾ, ਠੀਕ ਹੈ। ਪਿੱਪਲ ਦਾ ਜਿਹੜਾ ਪੱਤਾ ਹੁੰਦਾ ਨਾ, ਲਾਈਕ ਪਿੱਪਲ ਪੂਰਾ ਨਹੀਂ, ਉਹਦੇ ਪੱਤੇ ਦੀ ਸ਼ੇਪ ਦੇ ਵਿੱਚ ਇਹ ਹੁੰਦਾ। ਕਲੀਅਰ ਹੈ। ਇਹਦੇ ਪਿਛਲੇ ਪਾਸੇ ਰਿਵਰਸ ਦੇ ਉੱਤੇ ਇਹਦੇ ਸਤਿਅਮੇਵ ਜਯਤੇ ਲਿਖਿਆ ਹੋਇਆ ਹਿੰਦੀ ਦੇ ਵਿੱਚ, ਤੇ ਆਪਣਾ ਕੀ ਹੈ, ਐਂਬਲਮ ਵੀ ਆ ਉਹਦੇ ਉੱਤੇ, ਠੀਕ ਹੈ। ਇਹ ਸਾਰਾ ਕੁਝ ਨੋਟ ਕਰੀ ਜਾਈਓ ਜੋ ਬੋਲ ਰਹੀ ਹਾਂ। ਕਲੀਅਰ ਹੈ। ਸਨ ਤੇ ਜਿਹੜਾ ਰਿਮ ਹੈ ਪਲੈਟੀਨਮ ਦੇ ਬਣੇ ਹੋਏ ਆ। ਇਨਸਕ੍ਰਿਪਸ਼ਨ ਹੈ ਜਿਹੜੀ ਇਹਦੇ ਉੱਤੇ ਉਹ ਬ੍ਰੌਂਜ਼ ਦੀ ਹੈ, ਠੀਕ ਹੈ। ਮੇਨ ਚੀਜ਼ ਕੀ ਯਾਦ ਰੱਖਣੀ ਹੈ ਇਹਦੇ ਉੱਤੇ ਤੁਸੀਂ, ਜਿਹੜੇ ਪਹਿਲੇ ਅਵਾਰਡੀ ਸੀ ਇਹਦੇ ਕੌਣ ਸੀ, ਮਤਲਬ ਸਭ ਤੋਂ ਪਹਿਲਾਂ ਰਿਸੀਵ ਕਿਹਨੂੰ ਹੋਇਆ? ਸਭ ਤੋਂ ਪਹਿਲੇ ਨੰਬਰ 'ਤੇ ਰਿਸੀਵ ਹੈ ਜੀ ਸੀ ਰਾਜਾ ਗੋਪਾਲਾਚਾਰੀ। ਗੋਪਾਲਾਚਾਰੀ ਸਭ ਤੋਂ ਪਹਿਲਾਂ ਰਿਸੀਵ ਹੋਇਆ, ਇਟ ਮੀਨਸ 1954 'ਚ ਹੀ ਰਿਸੀਵ ਹੋਇਆ ਹੋਊਗਾ। ਮਤਲਬ ਇਸ ਈਅਰ ਦੇ ਡਿਊਰਿੰਗ 2 ਹੋਰ ਪਰਸਨ ਨੂੰ ਵੀ ਰਿਸੀਵ ਹੋਇਆ ਸੀ, ਬਟ ਇਹਨਾਂ ਤੋਂ ਬਾਅਦ ਹੋਇਆ ਸੀ। ਫਸਟ ਰੈਸੀਪੈਂਟ ਇਹੀ ਹੋਣਗੇ। ਤਾਂ ਉਹ 2 ਹੋਰ ਕਿਹੜੇ ਸੀਗੇ ਪਰਸਨ? ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ। ਸਰਵਪੱਲੀ ਰਾਧਾ ਕ੍ਰਿਸ਼ਨਨ, ਠੀਕ ਹੈ। ਇੱਕ ਹੋਰ ਸੀਗੇ, ਉਹ ਕਿਹੜੇ ਸੀਗੇ? CV ਰਮਨ। ਮੇਰੇ ਨਾਮ ਤੋਂ ਹੀ ਯਾਦ ਰੱਖ ਲਿਓ, ਯਾਦ ਰੱਖਣਾ ਵੀ ਸੌਖਾ ਹੈ ਨਾ, CV ਰਮਨ। ਕਲੀਅਰ ਹੈ। ਇਹ ਸਾਰਾ ਕੁਝ ਤੁਸੀਂ ਯਾਦ ਰੱਖਣਾ ਹੈ। ਦੈਨ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਪਦਮ ਵਿਭੂਸ਼ਣ ਦੀ, ਪਦਮ ਵਿਭੂਸ਼ਣ ਵੀ ਫॉर ਬੈਨ ਨਾਲ ਵੀ ਪੈ ਜਾਂਦਾ। ਪਦਮ ਵਿਭੂਸ਼ਣ ਦੀ ਜੇ ਗੱਲ ਕਰਾਂ ਮੈਂ, ਇਹ ਵੀ 1954 ਦੇ ਵਿੱਚ ਹੀ ਸਟਾਰਟ ਹੋਇਆ ਦਿੱਤਾ ਜਾਣਾ, ਠੀਕ ਹੈ। 1954 ਦੇ ਵਿੱਚ ਪਦਮ ਵਿਭੂਸ਼ਣ, ਇਹਨੂੰ ਯਾਦ ਰੱਖਿਓ। ਉਸ ਤੋਂ ਬਾਅਦ ਤੀਜੇ ਨੰਬਰ ਦਾ ਜਿਹੜਾ ਅਵਾਰਡ ਹੈ ਉਹ ਹੈਗਾ ਪਦਮ ਭੂਸ਼ਣ। ਇਹ ਸੈਕਿੰਡ ਨੰਬਰ ਦਾ ਹੋ ਗਿਆ। ਪਹਿਲੇ ਨੰਬਰ 'ਤੇ ਹੋ ਗਿਆ ਭਾਰਤ ਰਤਨ, ਦੂਜੇ ਨੰਬਰ 'ਤੇ ਹੋ ਗਿਆ ਪਦਮ ਵਿਭੂਸ਼ਣ, ਤੀਜੇ ਨੰਬਰ 'ਤੇ ਹੋ ਗਿਆ ਪਦਮ ਭੂਸ਼ਣ, ਤੇ ਚੌਥੇ ਨੰਬਰ 'ਤੇ ਹੋ ਗਿਆ ਪਦਮ ਸ਼੍ਰੀ, ਠੀਕ ਹੈ। ਪਦਮ ਸ਼੍ਰੀ ਮੋਸਟਲੀ ਕੁਐਸਚਨ ਭਾਰਤ ਰਤਨ ਤੋਂ ਆਉਂਦਾ ਹੁੰਦਾ ਹੈਗਾ ਕਿ ਹਾਈਐਸਟ ਆਪਣਾ ਸਿਵੀਲੀਅਨ ਅਵਾਰਡ ਕਿਹੜਾ, ਠੀਕ ਹੈ। ਤਾਂ ਕਲੀਅਰ ਕੱਟ ਹੁਣ ਇਸ ਤੋਂ ਬਾਅਦ ਤੁਸੀਂ ਬਿਲਕੁਲ ਵੀ ਕਨਫਿਊਜ਼ ਨਹੀਂ ਹੋਣਾ ਭਾਰਤ ਰਤਨ ਦੇ ਵਿੱਚ, ਠੀਕ ਹੈ। ਤੇ ਇਹਨੂੰ ਤੁਸੀਂ ਲਿਖ ਲਿਓ, ਆਪਣਾ ਨੋਟ ਡਾਊਨ ਕਰ ਲਿਓ। ਚਲੋ ਜੀ ਅਗਲੀ ਨਿਊਜ਼ ਉੱਤੇ ਮੂਵ ਔਨ ਕਰਦੇ ਹਾਂ। ਨੈਕਸਟ ਨਿਊਜ਼ ਅਗੇਨ ਬਹੁਤ ਇੰਪੋਰਟੈਂਟ ਹੈ, ਨੈਸ਼ਨਲ ਨਿਊਜ਼ ਹੈ ਆਪਣੀ। ਇੰਡੀਆਜ਼ GDP ਇਨ ਫਸਟ ਕੁਆਰਟਰ ਰਿਲੀਜ਼ਡ ਬਾਈ ਨੈਸ਼ਨਲ ਸਟੈਟਿਸਟੀਕਲ ਆਫਿਸ, ਦੈਟ ਇਜ਼ -23.9%। ਇਹ ਮਾਈਨਸ ਹੈ, ਐਰੋ ਨਹੀਂ ਹੈ ਇੱਥੇ, ਮਾਈਨਸ ਹੀ ਹੈ, ਠੀਕ ਹੈ। ਇਹਨੂੰ ਯਾਦ ਰੱਖਣਾ ਤੁਸੀਂ। ਅੱਛਾ, ਇਹ ਕੀ ਚੀਜ਼ ਹੈ? ਆਪਣੀ ਜਿਹੜੀ ਨੈਸ਼ਨਲ ਸਟੈਟਿਸਟੀਕਲ ਆਫਿਸ ਹੈ, ਇਹਨਾਂ ਨੇ ਆਪਣੀ ਫਸਟ ਕੁਆਰਟਰ ਦੀ ਜਿਹੜੀ ਰਿਪੋਰਟ ਹੈ ਰਿਲੀਜ਼ ਕੀਤੀ ਹੈ GDP ਨਾਲ ਰਿਲੇਟਡ, ਠੀਕ ਹੈ। ਤਾਂ ਉਹਦੇ ਅਕੋਰਡਿੰਗ ਜਿਹੜੀ ਆਪਣੀ GDP ਹੈ ਉਹ ਮਾਈਨਸ ਦੇ ਵਿੱਚ ਹੈ, ਨੈਗੇਟਿਵ 'ਚ ਜਾ ਰਹੀ ਹੈ, ਡਿਕਲਾਈਨ ਹੋ ਰਿਹਾ। ਦੇਖੋ ਜਿਵੇਂ ਆਪਾਂ ਗ੍ਰਾਫ ਬਣਾਉਣੇ ਆ, ਇੱਕ ਤਾਂ ਉੱਪਰ ਨੂੰ ਜਾਂਦੀ ਹੈ ਲਾਈਨ, ਇੱਕ ਨੀਚੇ ਨੂੰ, ਜਿਹੜੀ ਨੀਚੇ ਨੂੰ ਇਹਦੀ ਡਿਕਲਾਈਨ ਦੀ ਹੁੰਦੀ ਹੈ, ਤਾਂ ਇਹ ਡਿਕਲਾਈਨ ਕਰ ਰਿਹਾ, ਮਤਲਬ ਨੀਚੇ ਨੂੰ ਆ ਰਿਹਾ, ਆਪਾਂ ਨੂੰ ਲੋਸ ਹੀ ਲੋਸ ਹੋ ਰਿਹਾ ਲਾਈਕ, ਠੀਕ ਹੈ। ਕਿਉਂਕਿ ਕਰੋਨਾ ਕਰਕੇ ਆਪਾਂ ਨੂੰ ਵੈਸੇ ਹੀ ਪਤਾ ਨਾ ਸਾਰਾ ਕੁਝ ਖਰਾਬ ਹੀ ਹੋ ਰਿਹਾ ਹੈਗਾ। ਤਾਂ ਫਸਟ ਕੁਆਰਟਰ ਨੂੰ ਜੇ ਮੈਂ ਐਕਸਪਲੇਨ ਕਰਾਂ, ਜਿਹੜਾ ਆਪਣਾ ਫਾਈਨੈਂਸ਼ੀਅਲ ਈਅਰ ਹੁੰਦਾ ਤੁਹਾਨੂੰ ਪਤਾ ਅਪ੍ਰੈਲ 1 ਤੋਂ ਲੈ ਕੇ 31 ਮਾਰਚ ਤੱਕ ਹੁੰਦਾ ਹੈ ਨਾ। ਕੈਲੰਡਰ ਈਅਰ 1 ਜਨਵਰੀ ਤੋਂ 31 ਦਸੰਬਰ ਤੱਕ ਹੁੰਦਾ। ਤਾਂ ਫਾਈਨੈਂਸ਼ੀਅਲ ਈਅਰ ਅਪ੍ਰੈਲ ਤੋਂ ਸ਼ੁਰੂ ਹੁੰਦਾ, ਤਾਂ ਆਪਣਾ ਅਪ੍ਰੈਲ, ਮਈ, ਜੂਨ, ਤਾਂ ਇਹਨਾਂ ਦੀ ਜਿਹੜੀ ਰਿਪੋਰਟ ਹੈ ਇਹ ਫਸਟ ਕੁਆਰਟਰ ਦੇ ਵਿੱਚ ਕਵਰ ਹੁੰਦੇ। ਇਹਨੂੰ ਇਹਨਾਂ ਨੇ ਕੀਤਾ ਰਿਲੀਜ਼ ਕੀਤਾ ਹੈਗਾ, ਠੀਕ ਹੈ। ਜਿਹਦੇ ਵਿੱਚ ਕੀ ਆਪਣੀ GDP ਇਹ ਦਿਖਾਈਏ। GDP ਦੀ ਫੁੱਲ ਫਾਰਮ ਹੁੰਦੀ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ, ਠੀਕ ਹੈ। ਥੋੜ੍ਹਾ ਜਿਹਾ ਮੈਂ GDP ਨੂੰ ਐਕਸਪਲੇਨ ਕਰ ਦਿੰਦੀ ਹਾਂ ਕਿ GDP ਹੁੰਦਾ ਕੀ ਹੈਗਾ। ਦੇਖੋ ਆਪਣੀ, ਥੋੜ੍ਹਾ ਆਪਾਂ ਨਕਸ਼ਾ ਬਣਾ ਲੈਂਦੇ ਹਾਂ। ਮੇਰੀ ਮੈਪਿੰਗ ਥੋੜੀ ਜਿਹੀ ਬਹੁਤ ਤਕੜੀ ਹੈ, ਕੋਈ ਗੱਲ ਨਹੀਂ, ਸਮਝ ਲਿਓ, ਠੀਕ ਹੈ। ਹੁਣ ਦੇਖੋ ਆਪਣੀ ਇਹ ਬਾਉਂਡਰੀ ਹੈ ਇੰਡੀਆ ਦੀ, ਆ ਵਾਲੀ ਹੈ ਨਾ, ਮੈਂ ਬਾਉਂਡਰੀ ਬਣਾਈ ਹੈ ਇਹ। ਇਸ ਬਾਉਂਡਰੀ ਨੂੰ ਟੈਰੀਟਰੀ ਕਹਿ ਸਕਦੀ ਹਾਂ ਮੈਂ, ਟੈਰੀਟਰੀ ਹੈ ਨਾ। ਇਸ ਟੈਰੀਟਰੀ ਦੇ ਹੱਦਬੰਦੀ ਦੇ ਅੰਦਰ ਜਿਹੜੀਆਂ ਵੀ ਗੁੱਡਸ ਤੇ ਸਰਵਿਸਿਜ਼ ਪ੍ਰੋਡਿਊਸ ਹੁੰਦੀਆਂ ਨੇ, ਠੀਕ ਹੈ, ਗੁੱਡਸ ਤੇ ਸਰਵਿਸਿਜ਼ ਪ੍ਰੋਡਿਊਸ ਹੁੰਦੀਆਂ ਨੇ, ਉਹਦੇ ਅਕੋਰਡਿੰਗ ਹੀ GDP ਕੱਢੀ ਜਾਂਦੀ ਹੈ ਕਿ ਉਹ ਤੋਂ ਆਪਾਂ ਨੂੰ ਬੈਨੀਫਿਟ ਕਿੰਨਾ ਕੁ ਮਿਲ ਰਿਹਾ। ਜੇ ਮੈਂ ਤੁਹਾਨੂੰ ਡੈਫੀਨੇਸ਼ਨ ਦੀ ਗੱਲ ਕਰਾਂ GDP ਦੀ, ਤਾਂ ਉਹ ਹੁੰਦਾ ਕਿ ਇੱਕ ਸਾਲ ਦੇ ਅੰਦਰ ਇੱਕ ਕੰਟਰੀ ਦੀ ਜਿਹੜੀ ਹੱਦਬੰਦੀ ਹੈ ਉਹਦੇ ਅੰਦਰ ਜਿਹੜੀਆਂ ਵੀ ਗੁੱਡਸ ਤੇ ਸਰਵਿਸਿਜ਼ ਪ੍ਰੋਡਿਊਸ ਹੁੰਦੀਆਂ ਨੇ, ਉਹਦੇ ਤੋਂ ਹੋਣ ਵਾਲਾ ਲਾਈਕ ਆਪਣਾ ਮੁਨਾਫਾ ਹੁੰਦਾ ਜਿਹੜਾ, ਠੀਕ ਹੈ, ਉਸ ਪ੍ਰੋਡਕਸ਼ਨ ਤੋਂ, ਤਾਂ ਉਹ ਆਪਣਾ ਕੀ ਹੁੰਦਾ ਆਪਣੀ GDP ਦੇ ਵਿੱਚ ਕੰਟਰੀਬਿਊਟ ਕਰਦਾ, ਠੀਕ ਹੈ। ਮੰਨ ਲਓ ਆਪਣਾ ਕੋਈ ਵੀ ਸੈਕਟਰ ਹੈਗਾ, ਆਪਣਾ ਫਾਰਮਿੰਗ ਦਾ ਸੈਕਟਰ ਹੈ, ਟੈਕਨੋਲੋਜੀ ਦਾ ਸੈਕਟਰ ਹੈ, ਕੋਈ ਵੀ ਸੈਕਟਰ ਹੈ, ਉਹ ਜੇ ਵਧੀਆ ਵਧੀਆ ਤਰੱਕੀਆਂ ਕਰ ਰਿਹਾ, ਠੀਕ ਹੈ, ਤਾਂ ਆਪਾਂ ਚੀਜ਼ਾਂ ਬਾਹਰ ਵੀ ਭੇਜ ਰਹੇ ਹਾਂ। ਮਤਲਬ ਪੈਦਾ ਤਾਂ ਆਪਣੇ ਇੰਡੀਆ 'ਚ ਹੀ ਹੋ ਰਹੀਆਂ ਨੇ ਨਾ ਉਹ ਚੀਜ਼, ਚਾਹੇ ਉਹ ਸਰਵਿਸਿਜ਼ ਹੈ ਚਾਹੇ ਉਹ ਗੁੱਡਸ ਹੈ, ਠੀਕ ਹੈ। ਤਾਂ ਉਹਦੇ ਨਾਲ ਬੇਸਿਕਲੀ ਜਿਹੜਾ ਬੈਨੀਫਿਟ ਹੈ ਆਪਣੇ ਇੰਡੀਆ ਨੂੰ ਹੋ ਰਿਹਾ, ਤਾਂ ਆਪਣੀ ਇੰਡੀਆ ਦੀ ਨੈਸ਼ਨਲ ਇਨਕਮ ਦੇ ਵਿੱਚ ਉਹ ਚੀਜ਼ ਕੰਟਰੀਬਿਊਟ ਕਰਦੀ ਹੈ,
ठीक है। तो ये नाल की अपनी GDP ਵੱਧਦੀ ਜਾਂ ਘਟਦੀ ਹੈ। ਜੇ ਵੱਧਦੀ ਹੈ ਇਟ ਮੀਨਸ ਕਿ ਆਪਣਾ ਵਧੀਆ ਆਪਾਂ ਪ੍ਰੋਫਿਟ 'ਚ, ਜੇ ਘਟ ਰਹੀ ਹੈ ਤਾਂ ਇਟ ਮੀਨਸ ਆਪਾਂ ਡਿਕਲਾਈਨ ਵੱਲ ਆ। ਦੈਟ ਇਜ਼ GDP। ਥੋੜਾ ਜਿਹਾ ਮੈਂ ਤੁਹਾਨੂੰ ਐਕਸਪਲੇਨ ਕਰਤਾ। ਕਈ ਵਾਰ ਆਪਾਂ GDP ਤੋਂ ਨਿਊਜ਼ ਕਾਫੀ ਵਾਰ ਪੜ੍ਹੀ ਹੁੰਦੀ ਹੈ ਬਟ ਪਤਾ ਨਹੀਂ ਹੁੰਦਾ ਕਿ GDP ਹੁੰਦੀ ਕੀ ਹੈ। ਅੱਛਾ, ਮੈਂ ਇਹਦੇ ਵਿੱਚ 2 ਵਰਡਸ ਯੂਜ਼ ਕੀਤੇ, ਗੁੱਡਸ ਤੇ ਸਰਵਿਸਿਜ਼। ਗੁੱਡਸ ਦੇ ਵਿੱਚ ਕੋਈ ਵੀ ਚੀਜ਼ਾਂ ਵਸਤੂਆਂ, ਉਹ ਆਪਾਂ ਆਪਣੇ ਘਰੇ ਖਾਣ ਵਾਲੀ ਬਿਸਕਿਟ ਤੋਂ ਲੈ ਕੇ ਸਾਬਣ ਤੋਂ ਲੈ ਕੇ ਵੱਡੀਆਂ ਵੱਡੀਆਂ ਚੀਜ਼ਾਂ ਹੋ ਸਕਦੀਆਂ ਨੇ, ਕੋਈ ਵੀ ਚੀਜ਼ਾਂ, ਬਸ ਚੀਜ਼ਾਂ ਦੇ ਵਿੱਚ ਜੋ ਵੀ ਕੋਈ ਚੀਜ਼ ਕਵਰ ਹੁੰਦੀ ਹੈ ਨਾ। ਸਰਵਿਸਿਜ਼ ਦੇ ਵਿੱਚ ਕੀ ਕਵਰ ਹੋ ਜਾਂਦਾ, ਲਾਈਕ ਦੇਖੋ ਹੁਣ ਸਰਵਿਸ ਹੈ, ਕੋਈ ਟੀਚਰ ਹੈਗਾ, ਟੀਚਰ ਕਿਸੇ ਕੋਈ ਸਟੂਡੈਂਟ ਆ ਉਹਦਾ ਹੈ ਨਾ, ਉਹਨੂੰ ਕੁਛ ਖਾਣ ਨੂੰ ਨਹੀਂ ਦਿੰਦਾ ਹੈ ਨਾ, ਹੈਗਾ ਕੁਛ ਪਹਿਨਣ ਨੂੰ ਨਹੀਂ ਦਿੰਦਾ, ਕੋਈ ਕੁਛ ਦਿੰਦਾ ਨਹੀਂ ਐਵੇਂ ਗਿਫਟ ਹੈ ਨਾ, ਬਸ ਉਹਨੂੰ ਕੀ ਦੇ ਰਿਹਾ, ਆਪਣੀ ਸਰਵਿਸ ਦੇ ਰਿਹਾ। ਹੁਣ ਮੈਂ ਤੁਹਾਨੂੰ ਆਪਣੀ ਸਰਵਿਸ ਦੇ ਰਹੀ ਹਾਂ, ਲਾਈਕ ਹੈ ਨਾ, ਤੁਸੀਂ ਉਹਨੂੰ ਪੜ੍ਹਾ ਰਹੀ ਹਾਂ, ਠੀਕ ਹੈ, ਤਾਂ ਇਹਨੂੰ ਆਪਾਂ ਸਰਵਿਸਿਜ਼ ਬੋਲਦੇ ਹਾਂ, ਠੀਕ ਹੈ। ਇਹਨਾਂ ਸਰਵਿਸਿਜ਼ ਤੋਂ ਵੀ ਬਹੁਤ ਸਾਰੇ ਲੋਕ ਇਨਕਮ ਅਰਨ ਕਰਦੇ ਨੇ। ਸਰਵਿਸਿਜ਼ ਕਿਵੇਂ ਹੋ ਸਕਦੀ ਹੈ, ਲਾਈਕ ਜਿਵੇਂ ਟੀਚਰ ਹੈ, ਲਾਇਰ ਹੈ, ਡਾਕਟਰ ਹੈ। ਡਾਕਟਰ ਤਾਂ ਤੁਸੀਂ ਕਹੋਗੇ ਹੁਣ ਮੈਡੀਸਨ ਵੀ ਦਿੰਦਾ ਬਟ ਆਪਣੀ ਐਡਵਾਈਸ ਵੀ ਦਿੰਦਾ ਹੈ ਨਾ, ਉਹ ਚੀਜ਼ਾਂ ਹੁੰਦੀਆਂ ਨੇ, ਤਾਂ ਉਹ ਸਰਵਿਸਿਜ਼ ਦੇ ਵਿੱਚ ਕਾਊਂਟ ਹੋ ਜਾਂਦਾ, ਠੀਕ ਹੈ। ਤਾਂ ਇੱਕ ਟੈਰੀਟਰੀ ਦੇ ਅੰਦਰ 1 ਸਾਲ ਦੇ ਵਿੱਚ ਹੋਣ ਵਾਲੀ ਇਹਦੇ ਤੋਂ ਇਨਕਮ GDP ਦੇ ਵਿੱਚ ਕਾਊਂਟ ਹੁੰਦੀ ਹੈ। ਕਲੀਅਰ ਹੈ। ਅੱਛਾ, ਥੋੜਾ ਜਿਹਾ ਹੋਰ ਇਲੈਬੋਰੇਟ ਕਰੀਏ ਇਹਨੂੰ। ਆਪਣਾ ਜੋ ਆਪਾਂ ਪਿਕਚਰ ਸ਼ੋ ਕੀਤੀ ਹੋਈ ਹੈ ਉੱਪਰ, ਇਹਦੇ ਵਿੱਚ ਦੇਖੋ US ਹੈ ਨਾ, ਇੰਡੀਆ ਹੋ ਗਿਆ, UK ਹੋ ਗਿਆ, ਫਰਾਂਸ, ਇਟਲੀ, ਕੈਨੇਡਾ, ਜਰਮਨੀ, ਜਾਪਾਨ। ਦੇਖੋ ਸਭ ਦੀ ਨੈਗੇਟਿਵ 'ਚ ਜਾ ਰਹੀ ਹੈ ਨਾ, ਸਭ ਦੀ ਨੈਗੇਟਿਵ 'ਚ ਹੈ, ਕਿਸੇ ਦੀ ਥੋੜੀ ਕਿਸੇ ਦੀ ਬਹੁਤੀ, ਬਟ ਹੈਗੀ ਨੈਗੇਟਿਵ ਦੇ ਵਿੱਚ ਹੈ। ਬਟ ਇਕੱਲਾ ਜਿਹੜਾ ਚਾਈਨਾ ਹੈ, ਜਿਹੜਾ ਕਿ ਮੇਨ ਰੀਜ਼ਨ ਹੈਗਾ ਇਹਨਾਂ ਦੇ ਸਭ ਦੀ ਨੈਗੇਟਿਵ ਦਾ, ਉਹਦੀ ਪੋਜ਼ੀਟਿਵ 'ਚ ਆ। ਦੇਖੋ 3.2 ਪੋਜ਼ੀਟਿਵ 'ਚ ਜਾ ਰਹੀ ਉਹਦੀ GDP ਹੈ ਜਿਹੜੀ, ਠੀਕ ਹੈ। ਤਾਂ ਇਹ ਵੀ ਤੁਸੀਂ ਧਿਆਨ 'ਚ ਰੱਖ ਲਿਓ ਕਿ GDP ਇਹਦੀ ਪੋਜ਼ੀਟਿਵ 'ਚ ਹੈ। ਇੱਕ ਹੋਰ ਚੀਜ਼ ਦੱਸਦੀ, ਇੰਡੀਆ ਦੀ ਜਿਹੜੀ GDP ਹੈ ਸਾਰੇ ਸੈਕਟਰਸ ਦੀ ਨੈਗੇਟਿਵ ਹੈ, ਇਕੱਲੇ ਜਿਹੜਾ ਆਪਣਾ ਐਗਰੀਕਲਚਰ ਦਾ ਫਾਰਮਿੰਗ ਦਾ ਸੈਕਟਰ ਹੈ ਉਹਨੂੰ ਛੱਡ ਕੇ, ਠੀਕ ਹੈ। ਇਹ ਵੀ ਯਾਦ ਰੱਖ ਲਿਓ। ਕਲੀਅਰ ਹੈ ਜੀ। ਹਾਂਜੀ, ਇੱਕ ਵਾਰ ਦੁਬਾਰਾ ਤੋਂ ਸਮ ਅਪ ਕਰ ਲੈਂਦੇ ਹਾਂ ਆਪਾਂ ਕੀ ਕੀ ਕੀਤਾ ਅੱਜ। ਸਭ ਤੋਂ ਪਹਿਲੀ ਨਿਊਜ਼ ਜਿਹੜੀ ਆਪਾਂ ਕੀਤੀ ਸੀ ਗੁਜਰਾਤ ਦੇ ਸੀਪਲੇਨ ਸਰਵਿਸ ਬਾਰੇ ਕੀਤੀ ਸੀ, ਜਿਹੜੀ ਕਿ 31 ਅਕਤੂਬਰ 2020 ਨੂੰ ਸਟਾਰਟ ਹੋਊਗਾ, ਸਾਬਰਮਤੀ ਰਿਵਰ ਤੋਂ ਲੈ ਕੇ ਸਟੈਚੂ ਆਫ ਯੂਨਿਟੀ ਤੱਕ, ਠੀਕ ਹੈ। CM ਵਗੈਰਾ ਤੁਸੀਂ ਆਪੇ ਪੜ੍ਹ ਲਿਓ। ਦੈਨ ਕਰਨਾਟਕਾ ਨੇ ਕੀਤਾ ਸੀਗਾ ਰੋਲ ਆਫ ਟ੍ਰੇਨ ਸਰਵਿਸ, ਰੋ ਸਰਵਿਸ, ਟ੍ਰੇਨ ਸਰਵਿਸ, ਠੀਕ ਹੈ। ਕਰਨਾਟਕਾ ਨੇ ਸਟਾਰਟ ਕੀਤੀ ਸੀ। ਨੇਲਾਮੰਗਲਾ ਤੋਂ ਲੈ ਕੇ ਜੀ ਕਿੱਥੋਂ ਤੱਕ, ਸੋਲਾਪੁਰ ਤੱਕ, ਮਹਾਰਾਸ਼ਟਰ ਦੇ ਵਿੱਚ ਹੈ ਇਹ, ਠੀਕ ਹੈ। ਇਹ ਵੀ ਯਾਦ ਰੱਖਣਾ ਤੁਸੀਂ। ਦੈਨ ਆਪਾਂ ਕੀਤਾ ਅਪੁਆਇੰਟਮੈਂਟ, ਜਿਹੜੇ ਲੈਬਨਨ ਦੇ PM ਨੇ ਅਪੁਆਇੰਟ ਹੋਏ ਨੇ, ਮੁਸਤਫਾ ਅਦੀਬ। ਕਲੀਅਰ ਹੈ। ਸਪੋਰਟਸ ਤੋਂ ਕੀਤਾ ਆਪਾਂ BCCI ਨੇ ਆਫੀਸ਼ੀਅਲ ਪਾਰਟਨਰ ਚੁਣਿਆ ਆਪਣਾ ਅਕੈਡਮੀ ਨੂੰ IPL 2020 ਤੋਂ ਲੈ ਕੇ 2022 ਤੱਕ, ਠੀਕ ਹੈ। BCCI ਦੇ ਚੇਅਰਮੈਨ ਯਾਦ ਰੱਖ ਲਿਓ ਸੌਰਵ ਗਾਂਗੁਲੀ। ਆਬਚਰੀ ਤੋਂ ਆਪਾਂ ਪ੍ਰਣਬ ਮੁਖਰਜੀ ਬਾਰੇ ਕੀਤਾ ਸੀਗਾ ਕਿ ਆਪਣੇ 13th ਨੰਬਰ ਦੇ ਇਹ ਪ੍ਰੈਜ਼ੀਡੈਂਟ ਰਹੇ ਨੇ, ਹੈ ਨਾ। ਇਹਨਾਂ ਨੂੰ ਕੀ ਮਿਲਿਆ ਹੋਇਆ ਤੇ ਇਹਨਾਂ ਦੀ ਇੰਪੋਰਟੈਂਟ ਬੁੱਕਸ ਦੁਬਾਰਾ ਤੋਂ ਕੋਲੀਸ਼ਨ ਈਅਰ ਹੋ ਗਿਆ, ਈਅਰ ਤੋਂ ਦੁਬਾਰਾ ਯਾਦ ਰੱਖ ਲਿਓ, ਫਿਰ ਈਅਰ ਹੈ ਨਾ, ਇੰਦਰਾ ਗਾਂਧੀ ਈਅਰ। ਦੈਨ ਈਅਰ ਹੀ ਦੇਤੇ 80 ਤੋਂ 96 ਤੱਕ। ਉਸ ਤੋਂ ਬਾਅਦ 2 ਹੋਰ, ਬਿਯੋਂਡ ਸਰਵਾਈਵਲਸ ਅਤੇ ਥਾਟਸ ਆਫ ਰਿਫਲੈਕਸ਼ਨ, ਠੀਕ ਹੈ। ਉਸ ਤੋਂ ਬਾਅਦ ਆਪਾਂ ਇੱਕ ਹੋਰ ਆਬਜ਼ਰਵ ਕੀਤੀ ਸੀ ਕਿ ਫਸਟ ਵਿਮਨ ਕਾਰਡੀਓਲੋਜਿਸਟ ਨੇ ਜਿਹੜੇ ਇੰਡੀਆ ਦੇ S ਪਦਮਾਵਤੀ, ਉਹਨਾਂ ਦੀ ਹੋ ਗਈ ਹੈ ਡੈਥ ਜੀ, ਠੀਕ ਹੈ। ਅਤੇ ਇਹਨਾਂ ਨੂੰ ਗੋਡ ਮਦਰ ਆਫ ਕਾਰਡੀਓਲੋਜੀ ਵੀ ਕਿਹਾ ਜਾਂਦਾ ਸੀਗਾ। ਅਤੇ ਇਹਨਾਂ ਦੇ ਹੱਥ ਯਾਦ ਰੱਖੀ ਉਹਨਾਂ ਨੂੰ ਕੀ ਕੁਛ ਮਿਲਿਆ ਹੋਇਆ ਹੈਗਾ, ਠੀਕ ਹੈ। ਇਸ ਤੋਂ ਇਲਾਵਾ ਮੈਂ ਤੁਹਾਨੂੰ ਹਾਈਐਸਟ ਸਿਵਲੀਅਨ ਅਵਾਰਡ ਬਾਰੇ ਵੀ ਦੱਸਿਆ, ਈਅਰ ਯਾਦ ਰੱਖ ਲਿਓ ਉਹਨਾਂ ਦਾ, ਠੀਕ ਹੈ। ਨੈਸ਼ਨਲ ਨਿਊਜ਼ ਤੋਂ ਆਪਾਂ GDP ਬਾਰੇ ਕੀਤਾ ਸੀਗਾ ਕਿ GDP ਆਪਣੀ ਨੈਗੇਟਿਵ 'ਚ ਹੈ ਅਤੇ -23.9% ਹੈ, ਠੀਕ ਹੈ। ਇਹਨੂੰ ਯਾਦ ਰੱਖ ਲਿਓ। ਕਲੀਅਰ ਹੈ ਜੀ। ਹਾਂਜੀ, ਅਨਅਕੈਡਮੀ 'ਤੇ ਲਾਈਵ ਕਲਾਸਿਸ ਹੁੰਦੀਆਂ ਜੀ ਫਨਕਾਰ ਸਰ ਦੀਆਂ। ਪਲੀਜ਼ ਉਹਨਾਂ ਨੂੰ ਵਿਜ਼ਿਟ ਕਰ ਲਿਓ, ਜ਼ਰੂਰ ਉਹਨਾਂ ਨੂੰ ਚੈੱਕਆਊਟ ਕਰਿਓ। ਇਸ ਤੋਂ ਇਲਾਵਾ ਫ੍ਰੀ ਆਫ ਕਾਸਟ ਵੀ ਉੱਥੇ ਉਹਨਾਂ ਦੇ ਬਹੁਤ ਸਾਰੇ ਲੈਕਚਰਸ ਪਏ ਨੇ। ਮੇਕ ਸ਼ੋਰ ਕਿ ਉਹ ਜ਼ਰੂਰ ਤੁਸੀਂ ਦੇਖ ਲਿਓ, ਉਹਦੇ ਨਾਲ ਤੁਹਾਡੀ ਜਿਹੜੀ GK ਆ ਬਹੁਤ ਵਧੀਆ, ਬਹੁਤ ਹੱਦ ਤੱਕ ਇੰਪਰੂਵ ਹੋ ਜੂਗੀ, ਠੀਕ ਹੈ। ਅਤੇ ਇਸ ਤੋਂ ਇਲਾਵਾ ਜੀ ਤੁਹਾਡਾ ਥੈਂਕ ਯੂ ਬਹੁਤ ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਅਗਰ ਵਧੀਆ ਲੱਗੀ ਹੈ, ਤੁਹਾਡੇ ਲਾਈਕ ਨਾਲ ਤੁਹਾਡਾ ਕੁਛ ਨਹੀਂ ਘੱਸਦਾ ਬਟ ਮੈਨੂੰ ਬਹੁਤ ਬੈਨੀਫਿਟ ਹੋਊਗਾ ਇਹਦਾ, ਹੈ ਨਾ। ਦੈਨ ਕਮੈਂਟ ਕਰਕੇ ਦੱਸ ਦਿਓ ਕਿਵੇਂ ਦੀ ਲੱਗੀ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਵੀਡੀਓ ਤੋਂ ਨਾ ਇੱਕ ਚੀਜ਼ ਆਪਾਂ ਧਿਆਨ 'ਚ ਰੱਖ ਲਿਓ, ਜੋ ਵੀ ਮਤਲਬ ਪ੍ਰੀਵੀਅਸ ਡੇਜ਼ ਦੇ ਵਿੱਚ ਮੈਂ ਤੁਹਾਨੂੰ ਨਿਊਜ਼ ਕਰਵਾਤੀਆਂ, ਹੈ ਨਾ, ਉਹਦੇ 'ਚ ਤੁਹਾਨੂੰ MCQs ਮਿਲਿਆ ਕਰਨਗੇ, ਠੀਕ ਹੈ। ਤਾਂ ਉਹਨਾਂ MCQ ਦਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਦੇਣਾ ਹੋਇਆ ਕਰੂਗਾ, ਠੀਕ ਹੈ। ਤਾਂ ਆਪਣੇ ਇੰਨੇ ਕੁ ਵਧੀਆ ਤਰੀਕੇ ਨਾਲ ਨਿਊਜ਼ ਪ੍ਰਿਪੇਅਰ ਕਰੋ ਕਿ ਕੋਈ ਕਿਸੇ ਨੂੰ ਦੇਖ ਕੇ ਆਨਸਰ ਨਾ ਟਾਈਪ ਕਰਨਾ ਪਵੇ, ਹੈ ਨਾ। ਕਈ ਵਾਰ ਕਿਸੇ ਨੂੰ ਨਹੀਂ ਆਉਂਦਾ ਹੁੰਦਾ, ਇੱਕ ਦੂਜੇ ਦਾ ਕਮੈਂਟ ਦੇਖ ਕੇ ਲਿਖ ਦਿੰਦੇ ਹੋ ਜਾਂ ਸਰਚ ਕਰਨਾ ਪਵੇ ਜਾਂ ਕਾਪੀ ਖੋਲ੍ਹਣੀ ਪਵੇ, ਹੈ ਨਾ। ਤਾਂ ਆਪਣਾ ਇੰਨੇ ਕੁ ਤਰੀਕੇ ਨਾਲ ਪ੍ਰਿਪੇਅਰ ਰੱਖੋ। ਇਸ ਵਾਰ ਦੱਸ ਰਹੀ ਹਾਂ, ਨੈਕਸਟ ਤੋਂ MCQs ਤੁਹਾਨੂੰ ਐਂਡ 'ਤੇ ਮਿਲ ਜਾਇਆ ਕਰਨਗੇ 2-3 ਜੋ ਵੀ ਹੈ, ਠੀਕ ਹੈ। ਤਾਂ ਵਧੀਆ ਤਰੀਕੇ ਨਾਲ ਉਹ MCQ ਦਾ ਆਨਸਰ ਤਾਂ ਤੁਸੀਂ ਦੇਣਾ ਹੀ ਦੇਣਾ। ਉਸ ਨਿਊਜ਼ ਨਾਲ ਰਿਲੇਟਡ ਜਿਹੜੀ ਵੀ ਇਨਫੋਰਮੇਸ਼ਨ ਤੁਹਾਨੂੰ ਪਤਾ ਹੋਇਆ ਕਰੂ ਉਹ ਵੀ ਤੁਸੀਂ ਦੱਸਣੀ ਹੈ। ਤਾਂ ਵਧੀਆ ਤਰੀਕੇ ਨਾਲ ਕਰੰਟ ਅਫੇਅਰ ਪ੍ਰਿਪੇਅਰ ਕਰਨੇ ਆ। ਹੁਣ ਆਪਾਂ ਰੈਡੀ ਰਹੋ ਉਹਦੇ ਲਈ, ਠੀਕ ਹੈ। ਥੈਂਕ ਯੂ ਸੋ ਮਚ। ਵੀਡੀਓ ਨੂੰ ਪਲੀਜ਼ ਮੈਕਸਿਮਮ ਪਰਸਨਸ ਤੱਕ, ਮੈਕਸਿਮਮ ਸਟੂਡੈਂਟਸ ਤੱਕ ਸ਼ੇਅਰ ਕਰ ਦਿਓ। ਥੈਂਕ ਯੂ ਸੋ ਮਚ। ਮਿਲਦੇ ਹਾਂ ਨੈਕਸਟ ਵੀਡੀਓ 'ਚ।